श्री नानक अंगद गुरु अमरदास पदबंद रामदास अर्जन गुरु बार श्री हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग श्री गुरु ग्रंथ साहिब उदद बंदों कर श्री गुरु शब्द कमाए जिनो जीते पंच विकार तिन संतन को बंदना सिर चरणन पर एक अंकारा सतगुरु ते प्रसाद सच वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा सोधियो हम जो गुर भयो अंगद करन निधान श्री नानक पुन दिन बिकै भेद न को जान सोधियो हम जो गुर भयो। वाहिगुरु जी का खालसा वाहिगुरु जी की फतेह। पतित पावन भगत वत्सल कृपा निधान प्रगट गुरां की देह प्रतख हर साहिब सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर नौवें गुरदेव परोपकारी तिलक जंजू जी राखे शस्त्र धारी जोधे शांत स्वरूप बंदगी दे पहुंचा श्री गुरु तेग बहादुर साहिब महाराज जी दे महान पावन पवित्र भजन बंदगी तप स्थान गुरुद्वारा श्री भोरा साहिब जी पातशाही नौवीं विखे जिथे साहिबा ने 26 साल 9 महीने 13 दिन अपने निज स्वरूप दे विच लीन हो के परमेश्वर की बंदगी की। ऐसे परम पवित्र स्थानां की यात्रा करके दर्शन दिदारे करके गुरु दरबारां में हाजरियां भर रहे गुरु इतिहास की कथा नित प्रतिदिन आई श्रवण करने दे लई आए बैठे गुरु प्यारे खालसा साध संगत जी सतगुरु साहिब जी की बख्शिश हुई है। अमृतमयी बाणी के कीर्तन आप जी ने गुरु के कीर्तनियों पासों श्रवण किए हैं। गुरु इतिहास की लड़ीवार कथा विचार का सुभाग समा होया है जिस दे विच कल आप जी ने प्रसंग श्रवण किया जदों गुरु नानक देव महाराज साहिब जी गुरु अंगद देव जी को गुरता गद्दी बख्श के सचखंड जा बराजे ते खडूर साहिब गुरु अंगद देव साहिब जी नूं जाण दा हुक्म होया। दूसरे पातशाह खडूर साहिब आके निवास किया। एक दिन समाधि च लीन सी ते सतगुरु महाराज का सुरता बिरता गुरु नानक देव महाराज के चरणों च जुड़ गया। फिर ख्याल आया भी गुरु नानक देव महाराज साहिब जी ने प्रकाश जो लिया जन्म साहिब जी का होया जन्म तो लैके सारे जीवन दे विच जिहड़े करतब कीते जिद्दां 4 कुंटां दे लोकां दा उद्धार गुरु नानक देव महाराज जी ने कीता। एक कथा जिहड़ी है कोई इहो जिहा सिख होवेगा जिहड़ा सानूं सुणावे महाराज ने ते की सुननी सी।
ਬਹਾਨਾ ਬਣਾਉਣਾ ਸੀ। ਅੱਜ ਆਪਾਂ ਸੁਣ ਰਹੇ ਹਾਂ, ਉਦੋਂ ਗੁਰਸਿੱਖਾਂ ਨੂੰ ਸੁਣਾਉਣੀ ਸੀ ਵੀ ਕੋਈ ਗੁਰਸਿੱਖ ਐਸਾ ਹੋਵੇ। ਉਧਰੋਂ ਭਾਈ ਬਾਲਾ ਜੀ ਦੇ ਮਨ ਦਾ ਫੁਰਨਾ ਉੱਠਿਆ ਵੀ ਗੁਰੂ ਅੰਗਦ, ਗੁਰੂ ਨਾਨਕ ਦੇਵ ਸਾਹਿਬ ਦੇ ਥਾਂ 'ਤੇ ਜਿਹੜੇ ਗੁਰੂ ਸਾਹਿਬ ਹਨ ਉਹਨਾਂ ਦੇ ਦਰਸ਼ਨ ਕਰੀਏ। ਪਤਾ ਲੱਗਾ ਵੀ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿਰਾਜਮਾਨ ਨੇ, ਦਰਸ਼ਨ ਕੀਤੇ, ਪਿਆਰ ਦੇ ਵਿੱਚ ਭਿੱਜ ਗਏ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਤੁਸੀਂ ਕੌਣ ਹੋ, ਕਿੱਥੋਂ ਆਏ, ਤੁਹਾਡਾ ਗੁਰੂ ਕੌਣ ਹੈ? ਭਾਈ ਬਾਲਾ ਜੀ ਨੇ ਦੱਸਿਆ, ਮਹਾਰਾਜ ਮੈਂ ਬਾਲਾ ਸੰਧੂ ਹਾਂ, ਤਲਵੰਡੀ ਤੋਂ ਆਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਹਾਂ। ਪੁੱਛਿਆ ਵੀ ਉਹਨਾਂ ਦੇ ਦਰਸ਼ਨ ਕੀਤੇ? ਹਾਂਜੀ ਮਹਾਰਾਜ, ਸਾਰੀ ਉਮਰ ਹੀ ਉਹਨਾਂ ਦੇ ਚਰਨਾਂ 'ਚ ਲੰਘ ਗਈ ਹੈ। ਸਤਿਗੁਰੂ ਨੇ ਜੱਫੀ ਵਿੱਚ ਭਰ ਕੇ ਛਾਤੀ ਦੇ ਨਾਲ ਲਾ ਕੇ ਭਾਈ ਬਾਲੇ ਜੀ ਨੂੰ ਮਿਲੇ ਹਨ। ਮਹਾਰਾਜ ਕਹਿੰਦੇ ਸਾਰੀ ਕਥਾ ਸੁਣਾ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਜਨਮ ਕਿਵੇਂ ਹੋਇਆ, ਕਿਵੇਂ ਬਾਲ ਲੀਲਾ ਦੇ ਕੌਤਕ ਕੀਤੇ, ਜਵਾਨੀ ਦੇ ਪ੍ਰਸੰਗ ਸੁਣਾ, ਕਿਵੇਂ ਉਧਾਰ ਕੀਤਾ ਜੀਵਾਂ ਦਾ, ਤੇ ਸਰੀਰ ਦੀ ਬਿਰਧ ਅਵਸਥਾ ਤੀਕਰ ਕਿਵੇਂ ਜਗ ਦੇ ਕਲਿਆਣ ਕੀਤੇ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਸਾਰੀ ਕਥਾ ਤੁਹਾਡੀ ਕਿਰਪਾ ਨਾਲ ਸੁਣਾਵਾਂਗਾ। ਜਨਮ ਦੀ ਕਥਾ ਨਹੀਂ ਮੈਨੂੰ ਪਤਾ, ਉਹ ਜਨਮ ਪੱਤਰੀ ਦੇ ਵਿੱਚ ਲਿਖਿਆ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਲਾਲ ਚੰਦ ਜੀ ਦੇ ਕੋਲ ਹੈ ਤੇ ਤਲਵੰਡੀ ਰਹਿੰਦੇ ਨੇ। ਮਹਾਰਾਜ ਕਹਿੰਦੇ ਜਾ ਲੈ ਕੇ ਆ, ਉਹਦੇ ਵਿੱਚ ਜਨਮ ਦਾ ਸਾਰਾ ਵੇਰਵਾ ਹੋਏਗਾ, ਉਹ ਵੀ ਆਪਾਂ ਲਿਖਾਵਾਂਗੇ, ਸਾਰੀ ਕਥਾ ਵੀ ਲਿਖਾਂਗੇ। ਭਾਈ ਬਾਲਾ ਜੀ ਦੇ ਨਾਲ ਇੱਕ ਸਿੱਖ ਲਾਲਾ ਪੰਨੂ ਭੇਜਿਆ ਹੈ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਤਲਵੰਡੀ ਨਗਰ ਵਿਖੇ ਆਏ ਨੇ। ਭਾਈ ਬਾਲਾ ਭੇਤੀ ਸੀ ਕਿਉਂਕਿ ਇੱਥੋਂ ਦੇ ਰਹਿਣ ਵਾਲਾ ਭਾਈ ਲਾਲੂ ਜੀ, ਜਿਨ੍ਹਾਂ ਦਾ ਨਾਮ ਲਾਲ ਚੰਦ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਰਿਸ਼ਤੇ ਵਿੱਚ ਚਾਚਾ ਜੀ ਲੱਗਦੇ ਨੇ। ਉਹਨਾਂ ਦੇ ਦਰਸ਼ਨ ਕੀਤੇ, ਗੋਡੀ ਹੱਥ ਲਾ ਕੇ ਬੜੇ ਪਿਆਰ ਸਤਿਕਾਰ ਨਾਲ ਦੋਵੇਂ ਸਿੱਖ ਮਿਲੇ ਹਨ ਕਿ ਜਿਵੇਂ ਹੁਣ ਨਮਸਕਾਰ ਕਰਕੇ ਬੇਨਤੀ ਕਰਦੇ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਦਿਓ, ਤੇ ਲੈ ਕੇ ਗੁਰਸਿੱਖ ਖਡੂਰ ਸਾਹਿਬ ਆਉਂਦੇ ਹੈ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਪਵਿੱਤਰ ਇਤਿਹਾਸ ਭਾਈ ਬਾਲੇ ਦੀ ਸਾਖੀ ਜਿਹਨੂੰ ਕਹਿੰਦੇ ਲਿਖਾ ਰਹੇ ਨੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਜੀਵਨ ਦੀ ਕਥਾ ਦੀ ਲਿਖਤ ਆਰੰਭ ਹੋ ਰਹੀ ਹੈ, ਉਹ ਸਾਖੀ ਆਓ ਸਰਵਣ ਕਰੀਏ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਆਪਣੀ ਕਲਿਆਣ ਮੰਗਦਿਆਂ, ਸਰਬੱਤ ਦਾ ਭਲਾ ਲੋਚਦਿਆਂ, ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ ਪਹੁੰਚੇ ਤਬ ਤਲਵੰਡੀ ਜਾਏ। ਭਾਈ ਬਾਲਾ ਜੀ ਅਤੇ ਲਾਲਾ ਪੰਨੂ ਸਿੱਖ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਦੇ ਨਾਲ ਜਦੋਂ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਤੇ ਭਾਈ ਲਾਲਾ ਪੰਨੂ ਸਿੱਖ ਪਹਿਲੀ ਵਾਰ ਆਇਆ ਸੀ। ਬੜਾ ਖੁਸ਼ ਹੋਇਆ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਇਸ ਧਰਤੀ ਤੇ ਪ੍ਰਕਾਸ਼ ਹੋਇਆ। ਇੱਥੇ ਮਹਾਰਾਜ ਜੀ ਨੇ ਅਨੇਕਾਂ ਕੌਤਕ ਕੀਤੇ। ਤਲਵੰਡੀ ਵੜਦਿਆਂ ਸਾਰੀ ਉਹ ਧਰਤੀ ਨੂੰ ਮੱਥਾ ਟੇਕਿਆ। ਲਾਲੋ ਵਾਲੇ ਮਿਲੇ ਆਈ। ਜਦੋਂ ਤਲਵੰਡੀ ਸ਼ਹਿਰ ਦੇ ਵਿੱਚ ਪਹੁੰਚੇ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਾਚਾ ਜੀ ਦਾ ਜਿੱਥੇ ਘਰ ਸੀ, ਸਾਂਝਾ ਹੀ ਘਰ ਸੀ, ਬਾਬਾ ਕਲਿਆਣ ਚੰਦ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਤੇ ਚਾਚਾ ਲਾਲ ਚੰਦ ਜੀ ਇੱਕੇ ਥਾਂ ਤੇ ਸਾਰੇ ਕਾਗਜ਼ ਪੱਤਰ ਪਟਵਾਰ ਖਾਨੇ ਦੇ ਸਾਂਭੇ ਹੋਏ ਸਨ। ਤੇ ਦੋਵੇਂ ਸਿੱਖ ਭਾਈ ਬਾਲਾ ਜੀ ਪਹਿਲਾਂ ਹੀ ਭੇਤੀ ਸੀ, ਚਾਚਾ ਲਾਲੂ ਜੀ ਦੇ ਘਰ ਦੇ ਵਿੱਚ ਆਏ। ਘਰ ਬੰਧਨ ਪੁਨ ਬੰਧਨੇ ਉਚਾਰਾ। ਪਹਿਲਾਂ ਆ ਕੇ ਬੰਦਨਾ ਕੀਤੀ। ਉਮਰ ਕਰਕੇ ਵੀ ਬਿਰਧ ਨੇ ਤੇ ਉਂਝ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪਿਤਾ ਦੇ ਛੋਟੇ ਭਾਈ ਹਨ। ਸਤਿਕਾਰਯੋਗ ਜਾਣ ਕੇ ਦੋਵਾਂ ਸਿੱਖਾਂ ਨੇ ਬੰਦਨਾ ਕੀਤੀ। ਤੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ, ਸੁਣ ਲਾਲੋ ਇੱਕ ਪਰਉਪਕਾਰ। ਕਹਿੰਦੇ ਹੇ ਚਾਚਾ ਲਾਲ ਚੰਦ ਜੀ, ਇੱਕ ਪਰਉਪਕਾਰ ਦਾ ਕੰਮ ਆਇਆ ਏ, ਉਹ ਤੁਹਾਨੂੰ ਦੱਸਦੇ ਆ। ਜੇ ਕੰਮ ਕਰੋਗੇ ਤੇ ਇਹ ਵੀ ਇੱਕ ਬੜਾ ਵੱਡਾ ਪਰਉਪਕਾਰ ਹੀ ਹੋਵੇਗਾ ਸਿੱਖ ਸੰਗਤ ਉੱਪਰ। ਉਹ ਪਰਉਪਕਾਰ ਇਹ ਹੈ ਵੀ ਮੈਂ ਤਲਵੰਡੀ ਤੋਂ ਜਾ ਕੇ ਨਾ ਲੱਭਦਿਆਂ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਗੁਰੂ ਹੋਏ ਹਨ,
ਉਹਨਾਂ ਦੀ ਮੈਂ ਭਾਲ ਕਰ ਲਈ ਹੈ, ਮੈਨੂੰ ਉਹ ਗੁਰੂ ਲੱਭ ਗਏ ਹਨ। ਅੰਗਦ ਪਰਮ ਨਿਧਾਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਜੋ ਗੁਰਿਆਈ ਤੇ ਬੈਠੇ ਨੇ, ਧੰਨ ਧੰਨ ਸਤਿਗੁਰੂ ਅੰਗਦ ਦੇਵ ਮਹਾਰਾਜ ਜੋ ਸਭ ਤੋਂ ਵੱਡੇ ਹੈ ਤੇ ਸਮੁੰਦਰ ਦੀ ਨਿਆਈ ਵਿਸ਼ਾਲ ਹਨ। ਸ਼੍ਰੀ ਨਾਨਕ ਪੁਨ ਤੈਨ ਦੇਖੈ ਫਿਰ ਵੇਖੋ ਚਾਚਾ ਲਾਲੂ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿੱਦਾਂ ਸਰਬੱਤ ਸਮਰੱਥ ਸਨ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੇ ਫਿਰ ਗੁਰੂ ਅੰਗਦ ਦੇਵ ਸਾਹਿਬ, ਇਹਨਾਂ ਦੋਵਾਂ ਸਤਿਗੁਰਾਂ ਦੇ ਵਿੱਚ ਭੇਦ ਨ ਕੋ ਜਾਣ ਕਿਸੇ ਤਰ੍ਹਾਂ ਦਾ ਭੇਦ ਨਹੀਂ ਹੈ, ਭੇਦ ਫਰਕ ਨਹੀਂ ਹੈ, ਇੱਕੋ ਹੀ ਸਰੂਪ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰ ਲੋ ਤੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰ ਲੋ, ਇੱਕ ਹੀ ਸਰੂਪ ਹੈ, ਕੋਈ ਫਰਕ ਨਹੀਂ ਹੈ। ਕਿਉ ਪਈ ਦੀਨੀ ਅੰਗਦ ਕੋ ਗੁਰਿਆਈ ਭਾਈ ਬਾਲਾ ਜੀ ਦੱਸਦੇ ਨੇ ਚਾਚਾ ਲਾਲ ਚੰਦ ਜੀ ਨੂੰ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਬਖਸ਼ੀ ਹੈ। ਤੈਨ ਪਤਰੇ ਤੁਮ ਸੋ ਮੰਗਵਾਈ ਤੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਿਆਈ ਤੇ ਬਿਰਾਜਮਾਨ ਗੁਰੂ ਅੰਗਦ ਸਾਹਿਬ ਨੇ, ਉਹਨਾਂ ਨੇ ਤੁਹਾਡੇ ਪਾਸੋਂ ਚਾਚਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਮੰਗਵਾਈ ਹੈ। ਜਨਮ ਪੱਤਰੀ ਮੰਗਵਾਉਣ ਦਾ ਇੱਕੋ ਹੀ ਕਾਰਨ ਸੀ ਵੀ ਉਹਦੇ ਵਿੱਚ ਥਿਤ ਵਾਰ ਮਹੀਨਾ ਸਾਲ ਸਾਰਾ ਕੁਝ ਵੇਰਵੇ ਸਹਿਤ ਲਿਖਿਆ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਭਏ ਹਰ ਅਵਤਾਰ ਹਰੀ ਦਾ ਰੂਪ ਧਾਰ ਕੇ ਆਏ ਲਾਲ ਸਹੇਰਨ ਦਾਸ ਕਿਸਾਨਾ ਤੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਜਨਮ ਪੱਤਰੀ ਦੇ ਦਰਸ਼ਨ ਕਰਨ ਦੀ ਲਾਲਸਾ ਹੈ। ਉਹ ਚਾਹੁੰਦੇ ਹੈ ਵੀ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਦੇ ਅਸੀਂ ਦਰਸ਼ਨ ਕਰੀਏ। ਸੋਨ ਕਰ ਸਿੱਖ ਪਟਿਓ ਤਤਕਾਲਾ ਭਾਈ ਬਾਲਾ ਜੀ ਕਹਿੰਦੇ, ਹੇ ਚਾਚਾ ਲਾਲ ਚੰਦ ਜੀ, ਜਦੋਂ ਮੈਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੱਸਿਆ ਨਾ ਵੀ ਉਹਨਾਂ ਦੀ ਜਨਮ ਪੱਤਰੀ ਉਹਨਾਂ ਦੇ ਘਰ ਦੇ ਵਿੱਚ ਪਈ ਹੈ, ਤੇ ਮਹਾਰਾਜ ਨੇ ਆ ਵੇਖ ਇੱਕ ਸਿੱਖ ਲਾਲਾ ਪੰਨੂ ਮੇਰੇ ਨਾਲ ਉਸੇ ਵੇਲੇ ਭੇਜਿਆ ਵੀ ਜਾਓ ਤੁਸੀਂ ਦੋਵੇਂ ਜਾਣੇ ਜਾ ਕੇ ਤੇ ਜਨਮ ਪੱਤਰੀ ਲੈ ਕੇ ਆਵੋ। ਲਾਲੂ ਕਹੈ ਨਾ ਮੋਜ ਸੋਧ ਕੋ ਆ ਬਾਬਾ ਲਾਲੂ ਜੀ ਬਿਰਧ ਹੋ ਗਏ ਸੀ, ਕਹਿੰਦੇ ਵੀ ਬੜੀਆਂ ਪੁਰਾਣੀਆਂ ਗੱਲਾਂ ਕਰਦੇ ਹੋ, ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਵੀ ਉਹ ਜਨਮ ਪੱਤਰੀ ਕਿੱਥੇ ਹੈ ਤੇ ਕਿੱਥੇ ਰੱਖੀ ਹੋਵੇਗੀ। ਭਾਵ ਪਤਰੇ ਤੁਮ ਜਾਜਤ ਜੋ ਜਿਹੜੀ ਜਨਮ ਪੱਤਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਭਾਈ ਬਾਲੇ ਤੂੰ ਮੰਗ ਰਿਹਾ ਹੈ ਨਾ, ਮੈਨੂੰ ਤੇ ਉਹਦੇ ਬਾਰੇ ਕੋਈ ਚੇਤਾ ਨਹੀਂ। ਕਾਗਜ਼ ਪਟਵਾਰਖਾਨੇ ਦੇ ਬਹੁਤ ਹਨ, ਭਰਾਤਾ ਕਲਿਆਣ ਚੰਦ ਜੀ ਦੇ, ਤੇ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਪਈ ਹੋਵੇਗੀ ਤੇ ਕਿੱਥੇ ਰੱਖੀ ਹੈ। ਨਾਨਕ ਕੇ ਤੁਮ ਬਹੁਤ ਪਿਆਰੇ ਇਹ ਗੱਲ ਕਹਿ ਕੇ ਨਾ ਕਹਿੰਦੇ ਵੀ ਜਨਮ ਪੱਤਰੀ ਦੇ ਮੈਨੂੰ ਨਹੀਂ ਪਤਾ, ਪਰ ਭਾਈ ਬਾਲੇ ਇੱਕ ਗੱਲ ਦੱਸ ਮੈਨੂੰ, ਕਿਉਂਕਿ ਤੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਹੀ ਪਿਆਰਾ ਰਿਹਾ ਹੈ, ਜਿੱਥੇ ਵੀ ਮਹਾਰਾਜ ਜਾਂਦੇ ਰਹੇ ਤੈਨੂੰ ਨਾਲ ਹੀ ਰਹਿ ਕੇ ਗਏ, ਤੇਰੇ ਨਾਲ ਬੜਾ ਪਿਆਰ ਸੀ। ਹਮ ਸੋ ਕਹੋ ਸਭ ਭੇਦ ਵਿਚਾਰੇ ਤੇ ਮੇਰੇ ਨਾਲ ਸਾਰਾ ਭੇਦ ਖੋਲ ਕੇ ਨਾ ਚੰਗੀ ਤਰ੍ਹਾਂ ਇਹ ਗੱਲ ਦੱਸ ਔਰ ਅੰਗਦ ਹੈ ਕਿ ਸ਼੍ਰੀ ਚੰਦ ਵੀ ਜਿਹੜਾ ਤੂੰ ਕਹਿੰਦਾ ਹੈ ਵੀ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਆ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਕਹਿੰਦੇ ਵੀ ਇਹ ਦੱਸ ਵੀ ਭਾਈ ਬਾਲੇ ਗੁਰੂ ਅੰਗਦ ਦੇਵ ਮਹਾਰਾਜ ਨੇ ਤੇ ਜਾਂ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਸ਼੍ਰੀ ਚੰਦ ਜੀ ਹਨ, ਵੀ ਗੁਰਿਆਈ ਕਿਹਨੂੰ ਮਿਲੀ ਆ? ਕਿਉਂਕਿ ਪੁਰਾਣੇ ਹਿਸਾਬ ਕਿਤਾਬ ਦੇ ਨਾਲ ਤੱਕੀਏ ਤੇ ਬਾਪ ਜਿਹੜਾ ਸੀ ਉਹਦੀ ਵਡਿਆਈ ਅੱਗੇ ਵੱਡੇ ਪੁੱਤਰ ਨੂੰ ਹੀ ਦਿੰਦੇ ਆਏ ਸਨ। ਤੇ ਚਾਚਾ ਲਾਲੂ ਜੀ ਵੀ ਇਹ ਪੁੱਛਦੇ ਆ ਵੀ ਗੁਰਿਆਈ ਗੁਰੂ ਅੰਗਦ ਦੇਵ ਮਹਾਰਾਜ ਨੂੰ ਮਿਲੀ ਹੈ ਜਾਂ ਸ਼੍ਰੀ ਚੰਦ ਨੂੰ ਮਿਲੀ ਹੈ? ਮੰਦੀ ਕੇ ਢੇਕੇ ਆਨੰਦ ਕੰਦ ਆਨੰਦ ਦੇ ਦਾਤਾ, ਆਨੰਦ ਦੇ ਸਮੁੰਦਰ, ਆਨੰਦ ਦੇ ਬੱਦਲ ਗੁਰੂ ਨਾਨਕ ਦੇਵ ਸਾਹਿਬ, ਉਹਨਾਂ ਦੀ ਗੁਰਤਾ ਗੱਦੀ ਵਾਲੀ ਜਿਹੜੀ ਮੰਜੀ ਹੈ, ਗੁਰਤਾ ਗੱਦੀ ਦਾ ਤਖਤ ਹੈ, ਕਿਹਦੇ ਪਾਸ ਹੈ? ਸੋਤ ਨੇ ਲਈ ਕੇ ਸੇਵਕ ਪਾਈ ਸੁਪੁੱਤਰ ਨੂੰ ਪ੍ਰਾਪਤ ਹੋਈ ਹੈ ਗੁਰਿਆਈ ਜਾਂ ਸੇਵਕ ਲੈ ਗਿਆ? ਇਹ ਭਾਈ ਚਾਚਾ ਲਾਲੂ ਜੀ ਭਾਈ ਬਾਲੇ ਨੂੰ ਪੁੱਛਦੇ ਨੇ ਵੀ ਪਹਿਲਾਂ ਤੂੰ ਇਹ ਗੱਲ ਦੱਸ ਵੀ ਗੁਰਿਆਈ ਪੁੱਤਰ ਨੂੰ ਮਿਲੀ ਹੈ ਸ਼੍ਰੀ ਚੰਦ ਨੂੰ ਜਾਂ ਸੇਵਕ ਲੈ ਗਿਆ ਮਹਾਰਾਜ ਦਾ? ਤਖਤ ਪੈਸ ਕਿਸ ਗੁਰਤਾ ਆਈ ਇਹ ਦੱਸੋ ਵੀ ਗੁਰਤਾ ਗੱਦੀ ਕਿਹਨੂੰ ਪ੍ਰਾਪਤ ਹੋਈ ਹੈ ਤੇ ਇਸ ਵੇਲੇ ਗੁਰਤਾ ਗੱਦੀ ਦੇ ਤਖਤ ਤੇ ਕੌਣ ਬੈਠਾ ਸੁਭਾਏਮਾਨ ਹੋ ਰਿਹਾ ਹੈ? ਦੋਹਰਾ ਕਹਿ
ਬਾਲਾ ਅੰਗਦ ਗੁਰੂ। ਆਪ ਭਾਈ ਬਾਲਾ ਜੀ ਕਹਿਣ ਲੱਗੇ, ਚਾਚਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਗੁਰੂ ਹਨ। ਜੇ ਸ਼੍ਰੀ ਨਾਨਕ ਆਪ। ਫਿਰ ਉਹ ਮਗਰੋਂ ਨਹੀਂ ਬਣੇ ਵੀ ਬਾਅਦ ਦੇ ਵਿੱਚ ਮੇਰੇ ਤੇਰੇ ਵਰਗਿਆਂ ਸ਼ਾਇਦ ਬਣਾਤਾ ਹੋਵੇ। ਕਹਿੰਦੇ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਜਦੋਂ ਸਰੀਰ ਵਿੱਚ ਹਾਜ਼ਰ ਸੀ ਨਾ, ਜਦੋਂ ਸਤਿਗੁਰੂ ਸੱਚਖੰਡ ਨਹੀਂ ਸੀ ਗਏ, ਆਪਣੇ ਹੁੰਦਿਆਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਿਆਈ ਬਖਸ਼ੀ ਹੈ। ਪੈਸੇ ਪੰਜ ਦਲੇਰ ਧਾਰ। 5 ਪੈਸੇ ਤੇ ਇੱਕ ਸ਼੍ਰੀ ਫਲ ਲੈ ਕੇ ਮੱਥਾ ਟੇਕਿਆ। ਸਾਧ ਸੰਗਤ ਜੀ ਕਈ ਬੜਾ ਤਰਕ ਜਿਹਾ ਕਰਨਗੇ ਵੀ 5 ਪੈਸੇ ਲਲੇਰ ਦਾ ਕੀ ਭਾਵ ਹੈ। 5 ਪੈਸੇ ਰੱਖਣ ਤੋਂ ਭਾਵ ਹੁੰਦਾ ਸੀ ਵੀ ਤਰਲੋਕੀ ਦੀ ਮਾਇਆ ਤੁਹਾਡੇ ਚਰਨਾਂ 'ਚ, ਤੇ ਸ੍ਰੀ ਫਲ ਜਿਉਂਦਾ ਫਲ ਮੰਨਿਆ ਤੇ ਸਿਰ ਵਰਗਾ ਹੁੰਦਾ ਏ ਵੀ ਦੁਨੀਆ ਦੇ ਜਿੰਨੇ ਵੀ ਸਿਰਾਂ ਵਾਲੇ ਨੇ ਉਹ ਸਾਰੇ ਤੁਹਾਡੇ ਕਦਮਾਂ 'ਚ ਝੁਕਣਗੇ। ਇਹਦਾ 5 ਪੈਸੇ ਤੇ ਸ੍ਰੀ ਫਲ ਲਲੇਰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿਰ ਦਿਵਾਏ ਦੀ ਥਾਪ। ਆਪ ਬਾਹੋਂ ਫੜ ਕੇ ਜਿਹੜੇ ਤਖਤ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਬਰਾਜਦੇ ਸੀ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਿਠਾਤਾ। ਲੈਣੇ ਤੋਂ ਅੰਗਦ ਬਣਾ ਕੇ ਤੇ ਗੁਰਤਾ ਗੱਦੀ ਦੇ ਉੱਤੇ ਸਥਾਪਨ ਕਰ ਦਿੱਤਾ। ਜੋ ਪਈ ਤਿਨ ਕੀ ਸਮਤਾ ਹੋਵੇ ਕੈਸੇ। ਭਾਈ ਬਾਲਾ ਕਹਿੰਦਾ, ਚਾਚਾ ਲਾਲੂ ਜੀ, ਜਿਸ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਗੁਰੂ ਥਾਪਿਆ, ਉਸ ਗੁਰੂ ਅੰਗਦ ਦੇਵ ਸਾਹਿਬ ਦੀ ਬਰਾਬਰੀ ਕਿਵੇਂ ਹੋ ਸਕਦੀ ਹੈ? ਦੂਜਾ ਕੌਣ ਹੈ ਜਿਹੜਾ ਉਹਨਾਂ ਦੀ ਬਰਾਬਰੀ ਕਰੇ? ਆਪੇ ਉਹ ਗੁਰੂ ਨਾਨਕ ਜਾਪਿਆ ਸੇ। ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਆਪ ਆਪਣੀ ਗੁਰਿਆਈ ਦੀ ਦਾਤ, ਗੁਰਤਾ ਗੱਦੀ ਦਾ ਤਖਤ ਸਿੱਖਾਂ ਪੁੱਤਰਾਂ ਘੋਖ ਕੇ ਆਪਣੇ ਸਿੱਖਾਂ ਦੀ ਵੀ ਪਰਖ ਕੀਤੀ, ਪੁੱਤਰਾਂ ਨੂੰ ਵੀ ਟੋਹ ਕੇ ਵੇਖਿਆ। ਬਾਬੇ ਸ਼੍ਰੀ ਚੰਦ, ਲਖਮੀ ਚੰਦ ਦੋਹਾਂ ਦੀ ਪਰਖ ਹੋਈ, ਅਨੇਕਾਂ ਸਿੱਖਾਂ ਦੀ ਹੋਈ, ਭਾਈ ਬੁੱਢਾ ਸਾਹਿਬ ਜੀ ਦੀ ਹੋਈ, ਭਾਈ ਸੁਧਾਰਨ ਭਗੀਰਥ, ਜਿੰਨੇ ਵੀ ਮਹਾਰਾਜ ਦੇ ਲਾਗੇ ਸਿੱਖ ਰਹਿੰਦੇ ਸਾਰਿਆਂ ਦੀ ਪਰਖ ਹੋਈ। ਤੇ ਸਾਰਿਆਂ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਜਿਹੜੇ ਪੂਰੇ ਉਤਰੇ ਸਨ, ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਿਆਈ ਬਖਸ਼ੀ ਹੈ। ਖੋਜ ਲਿਓ ਹਮ ਗੁਰਮਤਿ ਧੀਰਾ। ਜੋ ਧੀਰਜ ਵਾਲੇ ਨੇ, ਜਿਹੜੇ ਬਹੁਤ ਹੀ ਵਿਸ਼ਾਲ ਬੁੱਧੀ ਵਾਲੇ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ, ਭਾਈ ਬਾਲਾ ਜੀ ਕਹਿੰਦੇ ਮੈਂ ਉਹ ਸਤਿਗੁਰੂ ਲੱਭ ਲਏ ਹਨ। ਜਿਉ ਖਨਵਾਰੀ ਪਾਵਹਿ ਹੀਰਾ। ਜਿਵੇਂ ਕੋਈ ਖੋਜ ਕਰਨ ਵਾਲੇ ਜਿਹੜੇ ਕੋਈ ਖਾਣਾ ਨੂੰ ਪਹਾੜਾਂ ਨੂੰ ਪੁੱਟਦੇ ਐ ਤੇ ਉਹਦੇ ਵਿੱਚੋਂ ਧਨ ਤਾਂ ਲੱਭਦੇ ਐ, ਇਸੇ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਵੀ ਜਿਵੇਂ ਕੋਈ ਖੋਦਣ ਵਾਲਾ ਕੋਈ ਖਣਨ ਦੇ ਵਿੱਚੋਂ ਹੀਰਾ ਪ੍ਰਾਪਤ ਕਰ ਲਵੇ, ਇਸੇ ਤਰ੍ਹਾਂ ਹੀ ਮੈਂ ਸੰਸਾਰ ਰੂਪੀ ਖਾਣ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਗੁਰੂ ਰੂਪ ਵਿੱਚ ਪ੍ਰਾਪਤ ਕਰ ਲਏ ਨੇ। ਸ੍ਰੀ ਚੰਦ ਗੁਰ ਸੰਤਤ ਜਾਣੇ। ਤੇ ਹਾਂ, ਇਹ ਨਹੀਂ ਵੀ ਜੇ ਗੁਰੂ ਅੰਗਦ ਦੇਵ ਮਹਾਰਾਜ ਤਖਤ ਤੇ ਬਹਿ ਗਏ ਆ ਤੇ ਬਾਬੇ ਸ਼੍ਰੀ ਚੰਦ ਦਾ ਸਤਿਕਾਰ ਨਹੀਂ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦੀ ਸੰਤਾਨ ਹੈ ਨਾ, ਤੇ ਜਿਸ ਕਰਕੇ ਜਿਹੜੀਆਂ ਗੁਰਸਿੱਖ ਸੰਗਤਾਂ ਨੇ ਉਹ ਬਾਬਾ ਸ਼੍ਰੀ ਚੰਦ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਜਾਣ ਕੇ ਉਹਨਾਂ ਦਾ ਵੀ ਬੜਾ ਮਾਣ ਆਦਰ ਕਰਦੇ ਹਨ। ਮੈਂ ਇਹ ਸੋਚ ਕੇ ਵੀ ਇਹ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਇਹਦਾ ਸਤਿਕਾਰ ਹੁੰਦਾ। ਕਈ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੋਂ ਬਹੁਤ ਸਾਧ ਸੰਗਤ ਈਰਖਾ ਕਰਦੇ ਆ। ਬੜੇ ਸਿੱਖ ਇਹੋ ਜਿਹੇ ਵਿਦਵਾਨ ਜੰਮ ਪਏ, ਉਹ ਬਾਬੇ ਸ਼੍ਰੀ ਚੰਦ ਜੀ ਨੂੰ ਮਾੜਾ ਚੰਗਾ ਕਹਿੰਦੇ ਆ। ਕਹਿੰਦੇ ਵੇਖੋ ਜੇ ਪੁੱਤਰਾਂ ਦੀ ਗੱਲ ਹੈ ਵੀ ਰਾਮ ਰਾਏ ਵੀ ਪੁੱਤਰ ਹੀ ਸੀ, ਧੀਰਮਲ ਵੀ ਮਹਾਰਾਜ ਦੇ ਪਰਿਵਾਰ ਚੋਂ ਸੀ, ਪ੍ਰਿਥੀ ਚੰਦ ਵੀ ਪਰਿਵਾਰ ਚੋਂ ਸੀ, ਵੀ ਉਹਨਾਂ ਨੂੰ ਵੀ ਤੇ ਆਪਾਂ ਮਾੜਾ ਕਹਿੰਦੇ ਹੀ ਹੈ, ਸ਼੍ਰੀ ਚੰਦ ਨੂੰ ਕਿਉਂ ਨਹੀਂ? ਸਾਧ ਸੰਗਤ ਜੀ ਉਹਦਾ ਉੱਤਰ ਇਹ ਹੈ ਵੀ ਇਹ ਬਾਬਾ ਪ੍ਰਿਥੀ ਚੰਦ ਜਾਂ ਰਾਮ ਰਾਈਏ ਇਹ ਤੇ ਮਹਾਰਾਜ ਦੇ ਸਿਧਾਂਤ ਦੇ ਉਲਟ ਚੱਲ ਗਏ ਸਨ। ਧੀਰਮਲ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦੇ ਗੱਦੀ ਲਾ ਕੇ ਬਹਿ ਗਿਆ ਸੀ, ਪਰ ਬਾਬਾ ਸ਼੍ਰੀ ਚੰਦ ਨੇ ਕਦੀ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਥ ਦੇ ਉਲਟ ਨਹੀਂ ਬੋਲੇ। ਕਦੀ ਵੀ ਉਹਨਾਂ ਨੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਇੱਦਾਂ ਹੀ ਤੀਜੇ ਦੂਜੇ ਇਹਨਾਂ ਸਤਿਗੁਰਾਂ ਨੂੰ ਵੀ ਮਿਲਦੇ ਰਹੇ, ਤੇ ਜਦੋਂ ਆਉਂਦੇ ਰਹੇ ਬੜਾ ਸਤਿਕਾਰ ਮਹਾਰਾਜ ਵੀ ਉਹਨਾਂ ਦਾ ਕਰਦੇ ਰਹੇ, ਤੇ ਬਾਬਾ ਸ਼੍ਰੀ ਚੰਦ ਜੀ ਵੀ ਇਹਨਾਂ ਦਾ ਸਤਿਗੁਰਾਂ ਦਾ ਸਤਿਕਾਰ ਕਰਦੇ ਰਹੇ। ਕਦੀ ਬਾਬੇ ਸ਼੍ਰੀ ਚੰਦ ਨੇ ਇਹ ਕਿਹਾ ਹੀ ਨਹੀਂ, ਨਿੰਦਾ ਕੀਤੀ ਨਹੀਂ ਵੀ ਮੈਂ ਗੁਰੂ ਆ, ਗੁਰੂ ਬਣ ਕੇ ਨਹੀਂ ਬੈਠੇ। ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਮਹਾਂਪੁਰਖ ਨੇ,
ਤੇ ਗੁਰਸਿੱਖੀ ਦਾ ਬੜਾ ਪ੍ਰਚਾਰ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਹਰਿਦੁਆਰ ਤੋਂ ਆਉਂਦੇ ਆ, ਜਿਹੜੇ ਇੱਕ ਸਿੱਖ ਦੇ ਕੋਲੋਂ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ ਸੀ, ਉਹ ਬਾਬਾ ਸ੍ਰੀ ਚੰਦ ਦਾ ਸੇਵਕ ਸੀ। ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਬਾਬਾ ਸ੍ਰੀ ਚੰਦ ਉਹਨਾਂ ਤੋਂ ਅੱਗੇ ਚੱਲੇ ਉਦਾਸੀ ਪੰਥ ਨੇ ਬਹੁਤ ਜ਼ਿਆਦਾ ਕੀਤਾ ਹੈ। ਸੋ ਇਸ ਕਰਕੇ ਕਹਿਣ ਤੋਂ ਭਾਵ ਇਹ ਹੈ ਵੀ ਜੇ ਕੋਈ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੀ ਨਿੰਦਾ ਕਰੇ ਤੇ ਕਦੀ ਇਹੋ ਜਿਹੇ ਪੁਰਖ ਦੇ ਬਚਨਾਂ ਦਾ ਵਿਸ਼ਵਾਸ ਤੇ ਭਰੋਸਾ ਨਹੀਂ ਕਰਨਾ, ਕਿਉਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਤੇ ਕੂਕਰਾਂ ਦੀ ਵੀ ਪੂਜਾ ਹੁੰਦੀ ਹੈ। ਉਹਦੇ ਆਪ ਮਹਾਰਾਜ ਦੇ ਸਾਹਿਬਜ਼ਾਦੇ ਸੀ। ਕਈ ਗੁਰਬਾਣੀ ਦੀਆਂ ਤੁਕਾਂ ਦਾ ਆਧਾਰ ਬਣਾ ਕੇ ਕਹਿੰਦੇ ਵੇਖੋ ਵੀ ਪੁੱਤਰੀ ਕੌਲ ਨਾ ਪਾਲਿਓ, ਉਹ ਗਰਿਆਈ ਜਿੰਨੇ ਬਰਾਬਰ ਨਹੀਂ ਸੀ ਹੋਏ। ਪਰਖਦੇ ਬਾਬੇ ਬੁੱਢਾ ਸਾਹਿਬ ਜੀ ਦੀ ਵੀ ਹੋਈ ਸੀ, ਫਿਰ ਤੇ ਆਪਾਂ ਕੀ ਕਵਾਂਗੇ ਉਹ ਮਾੜੇ ਸੀ? ਨਹੀਂ, ਗੁਰਤਾ ਗੱਦੀ ਦੇ ਲਾਇਕ ਨਹੀਂ ਸੀ ਪੁੱਤਰ, ਪਰ ਉਹਨ ਸਤਿਕਾਰਯੋਗ ਹਨ। ਤੇ ਹੀ ਗੱਲ ਭਾਈ ਬਾਲਾ ਚਾਚਾ ਲਾਲੂ ਜੀ ਨੂੰ ਕਹਿੰਦੇ ਆ ਵੀ ਗੁਰਿਆਈ ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਹੀ ਮਿਲੀ ਹੈ, ਪਰ ਬਾਬਾ ਸ਼੍ਰੀ ਚੰਦ ਨੂੰ ਵੀ ਸੰਗਤ ਗੁਰੂ ਦਾ ਸਾਹਿਬਜ਼ਾਦਾ ਜਾਣ ਕੇ ਬੜਾ ਮਾਣ ਆਦਰ ਦਿੰਦੀ ਹੈ। ਗੁਰਤਾ ਗੱਦੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ ਦਿੱਤੀ ਹੈ। ਤੇ ਭਾਈ ਬਾਲਾ ਜੀ ਕਹਿੰਦੇ ਚਾਚਾ ਲਾਲੂ ਜੀ ਸੱਚ ਜਾਣਿਓ, ਗੁਰੂ ਅੰਗਦ ਸਾਹਿਬ ਦੇ ਜਦੋਂ ਮੈਂ ਦਰਸ਼ਨ ਕੀਤੇ ਮੈਨੂੰ ਏਦਾਂ ਭੁਲੇਖਾ ਪਿਆ ਵੀ ਗੁਰੂ ਨਾਨਕ ਸਾਹਿਬ ਹੀ ਬੈਠੇ ਨੇ। ਮਾਨੋ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਦੂਸਰੇ ਸਰੂਪ 'ਚ ਪ੍ਰਗਟ ਹੋਏ ਹਨ। ਇਹ ਸਾਰੀ ਗੱਲਬਾਤ ਸੁਣ ਕੇ ਚਾਚਾ ਲਾਲੂ ਜੀ ਕਹਿਣ ਲੱਗੇ, ਕਹਿੰਦੇ ਭਾਈ ਬਾਲੇ ਅੱਛਾ ਜੇ ਗੁਰੂ ਨਾਨਕ ਸਾਹਿਬ ਦਾ ਰੂਪ ਗੁਰੂ ਅੰਗਦ ਸਾਹਿਬ ਨੇ ਭੇਜਿਆ ਏ ਤਾਂ ਕਹਿੰਦੇ ਵੀ ਖੋਜ ਕਰ ਲਾ ਵੀ ਆ ਦਫ਼ਤਰ ਹੈ ਪਟਵਾਰ ਖਾਨੇ ਦੇ ਕਾਗਜ਼ ਬਹੁਤ ਪੰਡਾਂ ਦੀਆਂ ਪੰਡਾਂ ਪਈਆਂ ਨੇ, ਜੇ ਜਨਮ ਪੱਤਰੀ ਲੱਭ ਜਾਵੇ ਤੇ ਲੱਭ ਕੇ ਲੈ ਜਾ। ਕਿਉਂਕਿ ਜਿਹੜੇ ਲੇਖੇ ਦੇ ਹਿਸਾਬ ਕਿਤਾਬ ਜਮਾ ਬੰਦੀਆਂ ਫਰਦਾਂ ਜੋ ਵੀ ਕਾਗਜ਼ ਹੈ ਸਾਰੇ ਇੱਕ ਥਾਂ ਤੇ ਪਏ ਹਨ। ਤੇ ਬਹੁਤੇ ਕਾਗਜ਼ਾਂ ਦੀ ਜਨਮ ਪੱਤਰੀ ਕਿਤੇ ਪਈ ਹੋਊਗੀ, ਕਿਉਂਕਿ ਜੇ ਕਿਤੇ ਵਿਸ਼ੇਸ਼ ਥਾਂ ਤੇ ਮੈਂ ਆਪਣੇ ਹੱਥੀਂ ਰੱਖਦਾ ਤੇ ਫਿਰ ਤੇ ਮੈਂ ਹੁਣੇ ਕੱਢ ਦਿੰਦਾ। ਕਾਗਜ਼ ਸਾਰੇ ਤੁਹਾਨੂੰ ਫੋਲਣੇ ਪੈਣੇ ਆ, ਸਾਰੇ ਕਾਗਜ਼ ਫੋਲ ਕੇ ਆ ਕਾਗਜ਼ਾਂ ਵਾਲੇ ਦਫ਼ਤਰ ਦੇ ਵਿੱਚੋਂ ਜਨਮ ਸਾਖੀ ਲੱਭ ਜਨਮ ਪੱਤਰੀ ਲੱਭ ਲਵੋ। ਆ ਭਾਈ ਬਾਲਾ ਜੀ ਕਹਿਣ ਲੱਗੇ ਚਾਚਾ ਲਾਲੂ ਜੀ ਸੁਣੋ ਸਾਡੀ ਬਾਤ। ਕਹਿੰਦੇ ਵੀ ਤੁਸੀਂ ਬਾਬਾ ਕਲਿਆਣ ਚੰਦ ਜੀ ਦੇ ਭਰਾ ਹੋ, ਸਾਡੇ ਵਾਸਤੇ ਤਾਂ ਤੁਸੀਂ ਉਹੋ ਹੀ ਰੂਪ ਹੋ, ਪਰ ਏਦਾਂ ਨਾ ਕਰੋ ਵੀ ਹੁਣ ਸਾਡੀ ਮਦਦ ਹੀ ਨਹੀਂ ਤੁਸੀਂ ਕਰਦੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਨੀ ਮਾਤਾ ਵੀ ਨਹੀਂ ਸਰੀਰ 'ਚ ਹਾਜ਼ਰ ਤੇ ਉਹਨਾਂ ਦੇ ਪਿਤਾ ਵੀ ਸਰੀਰ ਕਰਕੇ ਹੁਣ ਇਸ ਵੇਲੇ ਹਾਜ਼ਰ ਨਹੀਂ ਹਨ। ਇਸ ਕਰਕੇ ਹੁਣ ਤੁਹਾਡੇ ਤੋਂ ਹੀ ਜਨਮ ਪੱਤਰੀ ਪ੍ਰਾਪਤ ਹੋਵੇਗੀ, ਤੁਸੀਂ ਹੀ ਪੜ੍ਹ ਕੇ ਦਿਓ ਸਾਨੂੰ। ਤੇ ਭਾਈ ਬਾਲਾ ਕਹਿੰਦਾ ਬਹੁਤਾ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ, ਤੁਸੀਂ ਆਪ ਚਾਚਾ ਲਾਲੂ ਜੀ ਪੜ੍ਹ ਕੇ ਤੇ ਮਹਾਰਾਜ ਦੀ ਜਨਮ ਪੱਤਰੀ ਲੱਭ ਕੇ ਦਿਓ। ਇਹ ਜਿਹੜਾ ਸਾਡਾ ਕੰਮ ਹੈ ਤੁਹਾਡੇ ਤੋਂ ਬਗੈਰ ਕੋਈ ਨਹੀਂ ਕਰ ਸਕਦਾ, ਅਸੀਂ ਤੇ ਤੁਹਾਡੇ ਨਾਲ ਮਦਦ ਕਰਾਂਗੇ ਵੀ ਜਿਹੜੇ ਕੋਈ ਕਾਗਜ਼ ਸਾਨੂੰ ਫੜਾ ਕੇ ਜਿੱਥੇ ਆਖੋਗੇ ਰੱਖਣੇ ਉੱਥੇ ਰੱਖ ਦਾਂਗੇ, ਜਿੱਥੋਂ ਚੁੱਕ ਕੇ ਲਿਆਉਣੇ ਉਹ ਚੁੱਕ ਕੇ ਲਿਆਵਾਂਗੇ, ਪਰ ਅੱਗੇ ਅੱਗੇ ਲੱਭਣਾ ਤੇ ਤੁਸੀਂ ਹੈ। ਇਸ ਕਰਕੇ ਇਹ ਬਾਬਾ ਲਾਲ ਚੰਦ ਜੀ ਬੇਨਤੀ ਹੈ ਆਪ ਉੱਠ ਕੇ ਤੇ ਆਪਣੇ ਘਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਣੇ ਭਤੀਜੇ ਸਤਿਗੁਰਾਂ ਦੀ ਜਨਮ ਪੱਤਰੀ ਲੱਭੋ। ਭਾਈ ਬਾਲਾ ਜੀ ਜੋ ਬੋਲਦੇ ਸੀ ਨਾ ਬੜੇ ਪਿਆਰ ਦੇ ਨਾਲ ਤੇ ਬੜੇ ਰਸ ਵਾਲੇ ਬਚਨ ਬੋਲਦੇ ਸਨ। ਜਦੋਂ ਰਸ ਭਰੀ ਬਾਣੀ ਸੁਣੀ ਨਾ ਬੇਨਤੀ ਕੀਤੀ ਚਾਚਾ ਜੀ ਤੁਸੀਂ ਲੱਭ ਕੇ ਦਿਓ, ਤੁਹਾਡਾ ਘਰ ਹੈ, ਤੁਹਾਨੂੰ ਭੇਦ ਹੈ, ਸਾਨੂੰ ਨਹੀਂ ਭੇਦ। ਤੇ ਸਰੀਰ ਭਾਵੇਂ ਬਿਰਧ ਸੀ ਸਹਿਜੇ ਸਹਿਜੇ ਕਰਕੇ
ਮਹਾਰਾਜ ਦੇ ਚਾਚਾ ਲਾਲ ਚੰਦ ਜੀ ਆਪਣੇ ਘਰ ਦੇ ਵਿੱਚੋਂ ਹੁਣ ਉਹ ਕਾਗਜ਼ ਲੱਭਣ ਲੱਗ ਪਏ ਜੋ ਗੁਰੂ ਅੰਗਦ ਸਾਹਿਬ ਨੇ ਮੰਗਾਇਆ ਏ। ਖੋਜਤ ਪੱਤਰੀ ਜਬਹੀ ਕਾਗਜ਼ ਪੱਤਰ ਬਹੁਤ ਸੀ, ਸਹਿਜੇ ਕਰਕੇ ਇੱਕ ਪਾਸਿਓਂ ਇੱਕ ਵੱਡਿਓਂ ਕਾਗਜ਼ ਚੁੱਕਦੇ ਗਏ ਤੇ ਕਰਦਿਆਂ ਦਿਵਸ ਪੰਜਵੇਂ ਪਾਈ ਤਬ ਹੀ ਪੰਜਵਾਂ ਦਿਨ ਆ ਗਿਆ, ਕਿਉਂਕਿ ਸਰੀਰ ਬਿਰਧ ਸੀ, ਥੋੜਾ ਕੁ ਸਮਾਂ ਲੱਗਦੇ ਹੋਣਗੇ, ਫਿਰ ਸਮਾਂ ਕੱਢ ਕੇ ਥੋੜਾ ਕੁ ਸਮਾਂ ਕਾਗਜ਼ ਵੇਖਦੇ ਹੋਣਗੇ। ਚਾਚਾ ਲਾਲ ਚੰਦ ਜੀ ਏਦਾਂ ਕਰਦਿਆਂ ਪੰਜਵੇਂ ਦਿਨ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਪ੍ਰਾਪਤ ਹੋ ਗਏ। ਦੀਨੀ ਲਾਲੋ ਨੇ ਕਰ ਬਲ ਭਾਈ ਲਾਲੂ ਜੀ ਨੇ ਉਹ ਜਨਮ ਪੱਤਰੀ ਲੈ ਕੇ ਤੇ ਭਾਈ ਬਾਲੇ ਦੇ ਹੱਥਾਂ ਦੇ ਦਿੱਤੀ। ਲੈ ਭਾਈ ਬਾਲਿਆ, ਆ ਜਨਮ ਪੱਤਰੀ ਲੱਭ ਗਈ ਓ। ਆਹੇ ਤਈ ਕਰ ਪੰਨੂ ਲਾਲਾ ਤੇ ਭਾਈ ਬਾਲੇ ਨੇ ਅੱਗੇ ਜਿਹੜਾ ਲਾਲਾ ਪੰਨੂ ਸਿੱਖ ਗਿਆ ਸੀ ਖਡੂਰ ਸਾਹਿਬ ਤੋਂ, ਜਨਮ ਪੱਤਰੀ ਅੱਗੇ ਉਹਦੇ ਹੱਥੀਂ ਦੇ ਦਿੱਤੇ। ਵੇ ਪੰਨੂ ਕੋਲ ਬਦਨੇ ਉਚਾਰੇ ਤੇ ਭਾਈ ਲਾਲੇ ਪੰਨੂ ਸਿੱਖ ਨੇ ਜਨਮ ਪੱਤਰੀ ਲਏ, ਸਤਿਕਾਰ ਕੀਤਾ ਤੇ ਲੈ ਕੇ ਫਿਰ ਭਾਈ ਬਾਲੇ ਨੂੰ ਕਿਹਾ। ਬਾਲੇ ਚਲੀਏ ਸੰਗ ਹਮਾਰੇ ਕਹਿਣ ਲੱਗੇ ਭਾਈ ਬਾਲਾ ਜੀ ਹੁਣ ਤੁਹਾਡਾ ਫੁਰਨਾ ਕਿਤੇ ਆਪਣੇ ਘਰੇ ਰਹਿਣ ਦਾ ਕਿ ਨਹੀਂ, ਵੀ ਆਪਣੇ ਮੈਂ ਪਿੰਡ ਆਇਆ ਵੀ ਹੁਣ ਇੱਥੇ ਰਹਿ ਪਵਾਂ। ਏਦਾਂ ਨਾ ਕਰੋ, ਤੁਸੀਂ ਮੇਰੇ ਨਾਲ ਆਏ ਸੀ ਖਡੂਰ ਸਾਹਿਬ ਤੋਂ ਤੇ ਮੇਰੇ ਨਾਲ ਹੀ ਹੁਣ ਚੱਲੋ, ਕਿਉਂਕਿ ਇੱਕ ਤੇ ਮੇਰੇ ਨਾਲ ਤੁਹਾਡਾ ਸਾਥ ਬਣਿਆ ਰਹੂਗਾ ਤੇ ਦੂਜਾ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਇਹ ਜਨਮ ਪੱਤਰੀ ਦੇ ਦਰਸ਼ਨ ਕਰਨਗੇ ਤੇ ਮਹਾਰਾਜ ਬੜੇ ਹੀ ਖੁਸ਼ ਹੋਣਗੇ, ਬੜੇ ਹੀ ਪ੍ਰਸੰਨ ਹੋਣਗੇ। ਇਹ ਤੇਰਾ ਪਰਉਪਕਾਰ ਹੀ ਜਾਣ ਕੇ ਮਹਾਰਾਜ ਤੇਰੇ ਤੇ ਬਹੁਤੀਆਂ ਬਖਸ਼ਿਸ਼ਾਂ ਕਰਨਗੇ। ਗੁਰੂ ਅੰਗਦ ਦੇਵ ਸਾਹਿਬ ਜੀ ਤੈਨੂੰ ਨਿਹਾਲ ਕਰ ਦੇਣਗੇ। ਜਦੋਂ ਲਾਲੇ ਪੰਨੂ ਸਿੱਖ ਨੇ ਕਿਹਾ ਨਾ ਭਾਈ ਬਾਲਾ ਜੀ ਨਾਲ ਹੀ ਚੱਲ, ਗੁਰੂ ਅੰਗਦ ਸਾਹਿਬ ਖੁਸ਼ ਹੋਣਗੇ ਤੁਹਾਡੇ ਇਸ ਕਾਰਜ ਤੋਂ। ਤਾਂ ਇਹ ਸੁਣ ਕੇ ਭਾਈ ਬਾਲਾ ਜੀ ਨੇ ਵਿਚਾਰ ਕੀਤੀ, ਸੋਚਿਆ ਚੰਗੀ ਤਰ੍ਹਾਂ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਬਾਲਿਆ ਗੱਲ ਤਾਂ ਤੇਰੇ ਭਲੇ ਵਾਲੀ ਕਰ ਰਿਹਾ ਸਿੱਖ, ਵੀ ਜੇ ਤੂੰ ਜਾਏਗਾ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਤੇ ਸਤਿਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੀ ਹੋਣਗੀਆਂ। ਇਹਦਾ ਹਾਮੀ ਭਰ ਦਿੱਤੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੰਨੂ ਸਿੱਖ ਦੋਵੇਂ ਜਾਣੇ ਸ੍ਰੀ ਖਡੂਰ ਸਾਹਿਬ ਦੇ ਰਸਤੇ ਤੇ ਚੱਲ ਪਏ। ਭਾਈ ਬਾਲਾ ਜੀ ਤੇ ਭਾਈ ਪੰਨੂ ਜੀ ਉਸੇ ਪਾਸੇ ਨੂੰ ਤੁਰੇ ਹਨ ਜਿਸ ਪਾਸੇ ਉਹ ਗਏ ਸਨ। ਜਦੋਂ ਭਾਈ ਬਾਲਾ ਜੀ ਤੇ ਲਾਲਾ ਪੰਨੂ ਸਿੱਖ ਖਡੂਰ ਸਾਹਿਬ ਨੂੰ ਤੁਰਨ ਲੱਗੇ ਨਨਕਾਣਾ ਸਾਹਿਬ ਤੋਂ, ਤੇ ਉਸ ਵੇਲੇ ਭਾਈ ਬਾਲੇ ਨੂੰ ਚਾਚੇ ਲਾਲੂ ਨੇ ਆਵਾਜ਼ ਮਾਰੀ ਤੇ ਭਾਈ ਬਾਲਾ ਜੀ ਕਹਿੰਦੇ, ਹਾਂ ਚਾਚਾ ਜੀ ਹੁਕਮ ਕਰੋ। ਤੇ ਤੁਰਦਿਆਂ ਹੋਇਆਂ ਕਹਿਣ ਲੱਗੇ, ਏਦਾਂ ਕਰੋ ਵੀ ਮੇਰੀ ਵੀ ਭੇਟਾ ਲੈ ਜਾਓ ਗੁਰੂ ਅੰਗਦ ਸਾਹਿਬ ਵਾਸਤੇ, ਵੀ ਮੈਂ ਬਿਰਧ ਬਹੁਤ ਹਾਂ ਤੇ ਮੈਂ ਤੇ ਨਹੀਂ ਜਾ ਸਕਦਾ ਚੱਲ ਕੇ, ਪਰ ਆ 5 ਪੈਸੇ ਤੇ ਆ ਇੱਕ ਸ਼ਰੀਫਲ ਲਲੇਰ ਇਹ ਮੇਰੇ ਵੱਲੋਂ ਭੇਟਾ ਲੈ ਜਾਓ। ਆਪਣੇ ਦੇਸ਼ ਤੇ ਭੇਟ ਦੀ ਬੋਲਿਓ ਮੁਖ ਤੇ ਫੇਰ। ਆਪਣੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਾਚਾ ਲਾਲ ਚੰਦ ਜੀ ਨੇ 5 ਪੈਸੇ ਲਲੇਰ ਭੇਟਾ ਦੇ ਕੇ ਭਾਈ ਬਾਲੇ ਦੇ ਹੱਥੀਂ ਫੜਾ ਕੇ ਤੇ ਨਾਲੇ ਆਪਣੇ ਵੱਲੋਂ ਮੁਖੋਂ ਏਦਾਂ ਬੇਨਤੀ ਵੀ ਕੀਤੀ। ਕਹਿੰਦੇ ਭਾਈ ਬਾਲਾ ਜੀ ਆ ਸਤਿਗੁਰਾਂ ਦੇ ਅੱਗੇ ਭੇਟਾ ਰੱਖ ਕੇ ਇੱਕ ਸਾਡੇ ਵੱਲੋਂ ਸੁਨੇਹਾ ਦਿਓ ਸਤਿਗੁਰਾਂ ਨੂੰ, ਸਾਡੀ ਬੇਨਤੀ ਕਰ ਦਿਓ ਗੁਰੂ ਅੰਗਦ ਦੇਵ ਮਹਾਰਾਜ ਨੂੰ। ਜਿਸ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਲੇਸ਼ ਮਾਤਰ ਵੀ ਦੋਸ਼ ਨਹੀਂ ਹੈ। ਤੂੰ ਆਪ ਹੀ ਵਡਿਆਈ ਕੀਤੀ ਹੈ ਨਾ ਵੀ ਗੁਰੂ ਅੰਗਦ ਸਾਹਿਬ ਆਪ ਗੁਰੂ ਨਾਨਕ ਹਨ। ਉਹ ਬੇਨਤੀ ਇਹ ਕਰਿਓ ਵੀ ਜੇ ਮੇਰਾ ਭਤੀਜੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪੁੱਤਰ ਸ਼੍ਰੀ ਚੰਦ ਬਾਬਾ ਲਾਲੂ ਜੀ ਦਾ ਪੋਤਰਾ ਹੀ ਲੱਗਾ ਨਾ, ਵੀ ਜੇ ਕਦੇ ਮੇਰਾ ਪੋਤਰਾ ਸ਼੍ਰੀ ਚੰਦ ਕੋਈ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਗੁੱਸੇ ਵਿੱਚ ਆ ਕੇ ਵੀ ਕੋਈ ਬਚਨ ਕਰ ਦਵੇ ਤੇ ਮਹਾਰਾਜ ਸਾਹਿਬ ਨੂੰ ਕਿਉਂ ਸੱਚੇ ਪਾਤਸ਼ਾਹ
ਉਹਨੂੰ ਬਖਸ਼ ਲਿਓ, ਉਹਦੇ ਗੁੱਸੇ ਵਾਲੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ। ਜਿਮਾ ਧਰਤ ਦਿਓ ਤੇ ਪਰ ਆ ਕਰ। ਜਿਵੇਂ ਧਰਤੀ ਧੀਰਜ ਰੱਖਦੀ ਆ ਨਾ, ਕੋਈ ਉਹਨੂੰ ਵਾਹੀ ਜਾਵੇ, ਟੋਏ ਪੱਟੀ ਜਾਵੇ, ਤੇ ਚਾਚਾ ਲਾਲੂ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰਿਓ, ਜੇ ਕਿਤੇ ਸ਼੍ਰੀ ਚੰਦ ਦਾ ਪਹਿਲੀ ਗੱਲ ਬੋਲਦਾ ਨਹੀਂ ਮਾੜਾ, ਤੇ ਜੇ ਕਿਤੇ ਗੁੱਸੇ ਜਾ ਕੇ ਬੋਲ ਵੀ ਦਵੇ ਤੇ ਕਹਿੰਦੇ ਮਹਾਰਾਜ ਨੂੰ ਕਿ ਉਹਨੂੰ ਬਖਸ਼ ਲਿਓ, ਉਹਦੀ ਭੁੱਲ, ਉਹਦੇ ਗੁੱਸੇ ਨੂੰ ਨਾ ਚਿਤਾਰਿਓ। ਬਾਲੇ ਬਹੁਰ ਬਦਲਿਓ ਤਿਆਰਾ। ਜਦੋਂ ਤੁਰਦਿਆਂ ਹੋਇਆ ਲਾਲੂ ਜੀ ਨੇ ਇਦਾਂ ਕਿਹਾ ਤਾਂ ਭਾਈ ਬਾਲਾ ਜੀ ਕਹਿਣ ਲੱਗੇ, ਸ੍ਰੀ ਅੰਗਦ ਨਾਨਕ ਅਵਤਾਰਾ। ਇਹ ਚਾਚਾ ਲਾਲ ਚੰਦ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਦਾ ਹੀ ਅਵਤਾਰ ਨੇ, ਉਹਨਾਂ ਦਾ ਹੀ ਰੂਪ ਹਨ। ਪੰਜ ਦੋਖ ਦਹ ਤਿਨ ਮਹਿ ਪਾਵੈ। ਉਹ ਪੰਜ ਜਿਹੜੇ ਦੋਖ ਹੈ ਤੇ ਸਾਡੇ ਵਰਗਿਆਂ ਜੈ ਕਾਮ ਕਰੋ ਲੋਭ ਮੋਹ ਹੰਕਾਰ, ਸਤਿਗੁਰੂ ਮਹਾਰਾਜ ਦੇ ਵਿੱਚ ਤਾਂ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਹੈ ਹੀ ਨਹੀਂ ਲੇਸ਼ ਮਾਤਰ। ਉਹ ਕਿਉਂ ਗੁੱਸਾ ਕਰਨਗੇ? ਉਹਦੇ ਵਿਕਾਰਾਂ ਤੋਂ, ਗੁੱਸੇ ਤੋਂ, ਕ੍ਰੋਧ ਤੋਂ ਉੱਪਰ ਉੱਠੇ ਹੋਏ ਹਨ। ਨਿਕਟ ਕਰਨਾ ਜਿਉ ਤੇਵਰ ਨਾ ਆਵੈ। ਜਿਵੇਂ ਸੂਰਜ ਚੜ੍ਹਦਾ ਹੈ, ਜਦੋਂ ਤੇ ਸੂਰਜ ਚੜ੍ਹ ਜਾਵੇ ਤੇ ਹਨੇਰਾ ਤੇ ਨਹੀਂ ਨਾ ਉਹਦੇ ਨੇੜੇ ਜਾਂਦਾ, ਜਿਵੇਂ ਸੂਰਜ ਚੜ੍ਹੇ ਦੇ ਨੇੜੇ ਹਨੇਰਾ ਨਹੀਂ ਜਾਂਦਾ, ਇਵੇਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਨੇੜੇ ਕੋਈ ਵਿਕਾਰ ਨਹੀਂ ਆਉਂਦਾ। ਆਪ ਨਾਮ ਸੋ ਤਨ ਗਿਆਨ ਸੁਹਾਵੈ। ਉਹਨਾਂ ਨੇ ਆਪਣੇ ਮਨ ਤੇ ਵੀ ਕਾਬੂ ਕੀਤਾ ਹੋਇਆ ਹੈ, ਆਪਣੇ ਇੰਦਰੀਆਂ ਦੇ ਉੱਤੇ ਵੀ ਪੂਰਾ ਮਹਾਰਾਜ ਸਾਹਿਬ ਜੀ ਦਾ ਕਾਬੂ ਹੈ। ਇਸ ਤਰ੍ਹਾਂ ਸਮਦਮ ਦੇ ਸਮੇਤ ਮਹਾਰਾਜ ਦਾ ਜੋ ਸਰੂਪ ਹੈ, ਜੋ ਸਰੀਰ ਹੈ, ਉਹ ਬ੍ਰਹਮ ਗਿਆਨ ਦੇ ਵਿੱਚ ਸੁਭਾਏਮਾਨ ਹੈ। ਆਤਮ ਭਗਤ ਜਗਤ ਵਿੱਚ ਤਾਵੈ। ਜਿਵੇਂ ਸੂਰਜ ਚੜੇ ਤੇ ਧੁੱਪ ਪੈਂਦੀ ਹੈ ਨਾ, ਏਦਾਂ ਹੀ ਮਹਾਰਾਜ ਸਾਹਿਬ ਸੂਰਜ ਦੀ ਨਿਆਈ ਪ੍ਰਗਟ ਹੋਏ ਨੇ, ਤੇ ਵਾਹਿਗੁਰੂ ਦੇ ਪ੍ਰੇਮਾ ਭਗਤੀ ਰੂਪੀ ਧੁੱਪ ਜਿਹੜੀ ਹੈ, ਵਾਹਿਗੁਰੂ ਦੀ ਭਗਤੀ ਰੂਪੀ ਧੁੱਪ ਦਾ ਸੰਸਾਰ ਦੇ ਵਿੱਚ ਪ੍ਰਕਾਸ਼ ਕਰ ਰਹੇ ਹਨ। ਅੰਤਰੀ ਲੈ ਚੱਲੇ ਤਤਕਾਲਾ। ਏਦਾਂ ਭਾਈ ਬਾਲੇ ਤੇ ਚਾਚਾ ਲਾਲੂ ਜੀ ਦੇ ਬਚਨ ਬਲਾਸ ਹੋਏ, ਕਿਉਂਕਿ ਫਿਕਰ ਸੀ ਨਾ, ਫਿਰ ਮਨ ਦੇ ਵਿੱਚ ਆ ਹੀ ਗਿਆ ਨਾ ਵੀ ਕਿਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਨਾਰਾਜ਼ਗੀ ਨਾ ਹੋ ਜਾਵੇ ਸ੍ਰੀ ਚੰਦ ਤੇ ਭਾਈ ਬਾਲਾ ਜੀ ਕਹਿੰਦੇ ਉਹਦੇ ਬਹੁਤਾ ਹੀ ਬਖਸ਼ਿੰਦਾ ਹੈ, ਵੀ ਜਿਹੜਾ ਵੱਡੇ ਤੋਂ ਵੱਡਾ ਵੀ ਕੋਈ ਗੁਨਾਹ ਕਰੇ ਉਹਨੂੰ ਵੀ ਬਖਸ਼ ਲੈਣ ਵਾਲੇ ਹਨ। ਬਚਨ ਬਲਾਸ ਕਰਕੇ ਤੁਰੇ ਤੇ ਪੱਤਰੀ ਲੈ ਕੇ ਖਡੂਰ ਸਾਹਿਬ ਦੇ ਰਸਤੇ ਤੇ ਪੈ ਗਏ। ਚੱਲਦਿਆਂ ਹੋਇਆ ਸ੍ਰੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਤੋਂ ਉੱਥੇ ਆ ਗਏ, ਜਿੱਥੇ ਸ੍ਰੀ ਖਡੂਰ ਸਾਹਿਬ ਦੇ ਪਵਿੱਤਰ ਧਰਤੀ ਤੇ ਗੁਰਦੁਆਰਾ ਸ੍ਰੀ ਮੱਲਖਾੜਾ ਸਾਹਿਬ ਜਿੱਥੇ ਹੁਣ ਬਣਿਆ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਸੁਭਾਏਮਾਨ ਬਿਰਾਜਮਾਨ ਸਨ। ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਪਲੰਗੇ ਦੇ ਬਿਰਾਜਮਾਨ ਸਨ, ਸੁਭਾਏਮਾਨ ਹੋ ਰਹੇ ਤੇ ਕਮਲ ਵਰਗੇ ਚਰਨਾਂ ਤੇ ਦੋਵਾਂ ਸਿੱਖਾਂ ਨੇ ਮੱਥਾ ਟੇਕਿਆ। ਜਦੋਂ ਵੇਖਿਆ ਵੀ ਜਿਹੜੇ ਕਾਰਜ ਸਿੱਖਾਂ ਨੂੰ ਭੇਜਿਆ ਸੀ, ਲੱਗਦਾ ਵੀ ਉਹ ਕਾਰਜ ਕਰਕੇ ਦੋਵੇਂ ਸਿੱਖ ਭਾਈ ਬਾਲਾ ਤੇ ਲਾਲਾ ਪੰਨੂ ਸਿੱਖ ਆ ਗਏ ਨੇ। ਇਹਨਾਂ ਨੂੰ ਵੇਖ ਕੇ ਗੁਰੂ ਅੰਗਦ ਦੇਵ ਮਹਾਰਾਜ ਹਿਰਦੇ ਵਿੱਚ ਬੜੇ ਪ੍ਰਸੰਨ ਹੋਏ। ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ ਤੁਹਾਨੂੰ ਸਦਾ ਹੀ ਰੱਬ ਚੇਤੇ ਰਹੇ, ਵਾਹਿਗੁਰੂ ਚੇਤੇ ਰਹੇ। ਜਦੋਂ ਵੇਖਿਆ ਵੀ ਜਨਮ ਪੱਤਰੀ ਲੈ ਕੇ ਆਏ ਆ ਮਹਾਰਾਜ ਨੇ, ਭਾਈ ਬਾਲੇ ਦੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਸਾਹਿਬ ਜੀ ਨੇ ਬਹੁਤ ਹੀ ਖੁਸ਼ੀਆਂ ਕੀਤੀਆਂ। ਤੇ ਜਨਮ ਪੱਤਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਵਿੱਚ, ਹੱਥਾਂ ਦੇ ਵਿੱਚ ਫੜੀ ਹੈ। ਤੇ ਜਨਮ ਪੱਤਰੀ ਲੈ ਕੇ ਸਤਿਕਾਰ ਦੇ ਨਾਲ ਦੂਜੇ ਪਾਤਸ਼ਾਹ ਨੇ ਪਹਿਲਾਂ ਆਪਣੇ ਸੀਸ ਦੇ ਨਾਲ, ਮੱਥੇ ਦੇ ਨਾਲ ਛੁਹਾਈ ਹੈ। ਬਹੁਤ ਹੀ ਪਿਆਰ ਕਰਕੇ ਨਾ, ਬੜੇ ਪ੍ਰੇਮ ਦੇ ਨਾਲ ਫਿਰ ਆਪਣੀ ਛਾਤੀ ਦੇ ਨਾਲ ਲਾਈ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਇਸ ਕਰਕੇ ਨਹੀਂ ਵੀ ਉਹ ਪੰਡਤ ਨੇ ਲਿਖੀ ਹੈ, ਇਸ ਕਰਕੇ ਵੀ ਇੱਥੇ ਮੇਰੇ ਪਾਤਸ਼ਾਹ ਦੇ ਪ੍ਰਕਾਸ਼ ਦੀ ਥਿਤਵਾਰ ਮਹੀਨਾ ਸਾਲ ਸਾਰਾ ਕੁਝ ਲਿਖਿਆ ਏ। ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ ਆਹ ਦੇ ਤੂੰ ਮੇਰੇ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਾਤੇ ਹਨ,
ਮਹਾਰਾਜ ਦੇ ਜਿਹੜੀ ਪ੍ਰਕਾਸ਼ ਦਾ ਸਮਾਂ ਜਾਣਾਂਗੇ ਤੇ ਸਾਡੇ ਸਤਿਗੁਰਾਂ ਦੇ ਹੀ ਦਰਸ਼ਨ ਨੇ। ਜਿਸੇ ਭ੍ਰਮ ਭਾਗਿਓ ਰਾਇ ਔਰ ਕਾ, ਜਿਸ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਸਾਡੇ ਦਿਲ ਦਾ ਭਰਮ ਚੱਕਿਆ ਗਿਆ ਸੀ, ਜਿਨ੍ਹਾਂ ਨੇ ਸਾਡੇ ਤੇ ਦਇਆ ਕੀਤੇ, ਉਹ ਸਤਿਗੁਰੂ ਅੰਗਦ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੀ ਕਰਾ ਦਿੱਤੇ ਅੱਜ ਫੇਰ ਤੋਂ। ਸਰਸ ਕ੍ਰਿਤ ਅਸ਼ਰ ਜਗ ਚੀਨੇ, ਉਹ ਜਨਮ ਪੱਤਰੀ ਖੋਲੀ ਤੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਨੇ ਜਾਣਿਆ ਵੀ ਜਿਹੜੇ ਅੱਖਰ ਹੈ ਸਾਰੇ ਸੰਸਕ੍ਰਿਤੀ ਦੇ ਲਿਖੇ ਹਨ, ਕਿਉਂਕਿ ਜਿੰਨੇ ਵੀ ਪੰਡਤ ਲੋਕ ਸੀ ਉਹ ਸੰਸਕ੍ਰਿਤੀ ਦੇ ਵਿੱਚ ਹੀ ਲਿਖਦੇ ਸਨ। ਬਾਬੇ ਅੰਗਦ ਜੀ ਬਚਨ ਸੋ ਕੀਨੇ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਵਿੱਚ ਬਚਨ ਕੀਤਾ। ਅਸ਼ਰਨ ਕੋ ਜੋ ਜਾਣੈ, ਮਹਾਰਾਜ ਕਹਿੰਦੇ ਵੀ ਇਹ ਜਨਮ ਪੱਤਰੀ ਦੇ ਜਿਹੜੀ ਹੈ ਇਹ ਸੰਸਕ੍ਰਿਤ ਦੇ ਸੰਸਕ੍ਰਿਤੀ ਦੇ ਵਿੱਚ ਲਿਖੀ ਹੋਈ ਹੈ, ਤੇ ਇਹ ਜਿਹੜੇ ਅੱਖਰ ਕੋਈ ਸਿੱਖ ਪੜ੍ਹਨਾ ਜਾਣਦਾ ਹੋਵੇ ਸੋ ਕੋ ਪੜ੍ਹ ਹੱਥ ਵਖਾਣਾ, ਕਹਿੰਦੇ ਵੀ ਉਹ ਇਹਨੂੰ ਪੜ੍ਹ ਕੇ ਤੇ ਬਾਅਦ ਵਿੱਚ ਇਹਦੇ ਅਰਥ ਕੀ ਹੈ, ਜੋ ਕੋ ਜਨਮ ਪੱਤਰੀ ਦੇ ਵਿੱਚ ਲਿਖਿਆ ਵੇਰਵਾ ਦਿੱਤਾ ਹੈ ਉਹ ਸਾਰਾ ਹੀ ਸਾਨੂੰ ਸੁਣਾਵੇ। ਗੁਰਮੁਖੀ ਜਹੀਏ ਕਰਵਾਈ, ਤੇ ਨਾਲ ਹੀ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਜਿਹੜੇ ਅੱਖਰ ਨੇ ਨਾ ਇਹ ਗੁਰਮੁਖੀ ਚ ਕਰਾ ਦੇਣੇ ਚਾਹੀਦੇ, ਨਾਲ ਉੱਥਾ ਕਰਾ ਦਈਏ, ਕਿਉਂਕਿ ਭਾਵੇਂ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਵੀ ਗੁਰਮੁਖੀ ਸੀ, ਪਰ ਗੁਰਮੁਖੀ ਦਾ ਪੰਜਾਬੀ ਬੋਲੀ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇੱਕ ਤੇ ਜਿਹੜੀ ਜਨਮ ਪੱਤਰੀ ਹੈ ਇਹ ਸੰਸਕ੍ਰਿਤ ਦੇ ਵਿੱਚੋਂ ਗੁਰਮੁਖੀ ਬੋਲੀ ਪੰਜਾਬੀ ਚ ਕਰਾ ਦਈਏ, ਤੇ ਦੂਸਰਾ ਜਿਹੜਾ ਕੋਈ ਇਹਨਾਂ ਅੱਖਰਾਂ ਨੂੰ ਸਿੱਖ ਜਾਣਦਾ ਹੈ ਉਹ ਸਾਨੂੰ ਪੜ੍ਹ ਕੇ ਇਹਦੇ ਅਰਥ ਦੱਸੇ। ਪੜ੍ਹ ਸੁਣਹ ਸਿੱਖ ਗੁਰਮਤਿ ਪਾਈ, ਕਿਉਂਕਿ ਜਿਹੜਾ ਕੋਈ ਸਿੱਖ ਪੜ੍ਹਿਆ ਕਰੂਗਾ ਜਾਂ ਸੁਣਿਆ ਕਰੇਗਾ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਇਸ ਸਮੇਂ ਦੇ ਵਿੱਚ ਹੋਇਆ, ਕਹਿੰਦੇ ਵੀ ਇੰਨੀ ਗੱਲ ਪੜ੍ਹ ਸੁਣ ਕੇ ਸਿੱਖਾਂ ਨੂੰ ਗੁਰਮਤਿ ਦੀ ਦਾਤ ਪ੍ਰਾਪਤ ਹੋ ਜਾਏਗੀ। ਹੋਰ ਠਾ ਸਤਿਗੁਰ ਕਿਰਪਾ ਨਿਧਾਨ, ਸ਼੍ਰੀ ਨਾਨਕ ਜਗ ਬਿਦਤ ਜਪ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜੋ ਸਤਿਗੁਰੂ ਕਿਰਪਾ ਦੇ ਸਮੁੰਦਰ ਜਾਂ ਕਿਰਪਾ ਦੇ ਖਜ਼ਾਨੇ ਸ਼੍ਰੀ ਸ਼੍ਰੋਮਣੀ ਸੁਭਾਏ ਮਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਤਰਲੋਕੀ ਦੇ ਨਾਥ ਆਪ ਨਾਰਾਇਣ ਜਗਤ ਦੇ ਵਿੱਚ ਆਏ ਹਨ। ਸੰਗਤ ਕੀਨ ਮਹਾਨ, ਜਾਨੀ ਵਿਦਿਆ ਵਰਨ ਤਪ, ਜਿਹੜੇ ਸਾਰੇ ਜਗਤ ਦੇ ਵਿੱਚ ਹੀ ਮਹਾਰਾਜ ਪ੍ਰਗਟ ਨੇ, ਕਹਿੰਦੇ ਵੀ ਉਹ ਸਤਿਗੁਰੂ ਸਾਹਿਬ ਦੀ ਕਿਸੇ ਸਿੱਖ ਨੇ ਸੰਗਤ ਕੀਤੀ ਹੋਵੇ, ਮਹਾਰਾਜ ਦੇ ਕੋਲ ਗੁਰਮੁਖੀ ਸੰਸਕ੍ਰਿਤ ਦੀ ਵਿਦਿਆ ਲਈ ਹੋਵੇ, ਇਹੋ ਜਿਹਾ ਕੋਈ ਸਿੱਖ ਹੋਵੇ ਜਿਹੜਾ ਦੋਵੇਂ ਬੋਲੀਆਂ ਦੋਵੇਂ ਅੱਖਰਾਂ ਨੂੰ ਜਾਣਦਾ ਹੋਵੇ। ਦੋਹਰਾ ਕਰਮਾ ਖੈਰਾ ਜਟ ਇੱਕ, ਕਹਿ ਸ਼੍ਰੀ ਅੰਗਦ ਪਾਸ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਵੀ ਕੋਈ ਸਿੱਖ ਹੈਗਾ ਜਿਹੜਾ ਸੰਸਕ੍ਰਿਤ ਵੀ ਜਾਣਦਾ ਤੇ ਇਹਦਾ ਉਲੱਥਾ ਪੰਜਾਬੀ 'ਚ ਵੀ ਕਰਨਾ ਜਾਣਦਾ ਹੋਵੇ, ਤੇ ਮਹਾਰਾਜ ਦੇ ਪਾਸ ਹੀ ਇੱਕ ਖਡੂਰ ਸਾਹਿਬ ਦਾ ਸਿੱਖ ਖਹਿਰੇ ਜੱਟਾਂ ਦੇ ਵਿੱਚੋਂ ਭਾਈ ਮਹਿਮਾ ਖਹਿਰਾ ਬੈਠਾ ਸੀ। ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਪੈੜਾ ਨੋਖਾ ਖੱਤਰੀ ਸੁਲਤਾਨ ਗੁਰਬਾਸ, ਕਹਿੰਦੇ ਮਹਾਰਾਜ ਇੱਕ ਸਿੱਖ ਹੈਗਾ ਏ ਭਾਈ ਪੈੜਾ ਮੋਖਾ ਉਹਦਾ ਨਾਮ ਹੈ, ਖੱਤਰੀਆਂ ਦੇ ਵਿੱਚੋਂ ਹੈ ਤੇ ਸੁਲਤਾਨਪੁਰ ਲੋਧੀ ਵਿਖੇ ਉਹਦਾ ਘਰ ਹੈ, ਉੱਥੇ ਹੀ ਉਹਦਾ ਨਿਵਾਸ ਹੈ। ਲੋ ਪਈ ਅਸ਼ਰ ਜਾਣਤ ਹੈ ਵਹ ਦੋ, ਉਹ ਦੋਵੇਂ ਅੱਖਰ ਜਾਣਦਾ, ਉਹਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਗੁਰਮੁਖੀ ਵੀ ਸਿੱਖੀ ਹੈ ਤੇ ਮਹਾਰਾਜ ਦੇ ਕੋਲ ਸੰਸਕ੍ਰਿਤ ਵੀ ਸਿੱਖੀ ਹੈ। ਪੜ੍ਹ ਲੇਖ ਹੈ ਬੁਲਵਾਈਏ ਸੋ, ਮਹਾਰਾਜ ਕੋਈ ਭੇਜੋ ਸਿੱਖ ਤੇ ਉਹਨੂੰ ਸੁਲਤਾਨਪੁਰ ਤੋਂ ਸੱਦੋ, ਉਹ ਇਹ ਪੱਤਰਕਾਰ ਨੂੰ ਪੜ੍ਹ ਵੀ ਲਵੇਗਾ ਤੇ ਪੜ੍ਹ ਕੇ ਦੇ ਅਰਥ ਵੀ ਸੁਣਾ ਦੇਵੇਗਾ। ਸ਼੍ਰੀ ਅੰਗਦ ਕਹਿ ਤੁਮ ਹੀ ਜਾਓ, ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸਿੱਖਾ ਜੇ ਤੈਨੂੰ ਪਤਾ ਹੈ ਫਿਰ ਤੂੰ ਹੀ ਜਾ, ਤੈਨੂੰ ਘਰ ਦਾ ਵੀ ਪਤਾ ਉਦੋਂ ਉਹਦੀ ਪਛਾਣ ਵੀ ਹੋਵੇਗੀ, ਹੋਰ ਸਿੱਖ ਭੇਜਾਂਗੇ ਤੇ ਉਹ ਜਾ ਕੇ ਲੋਕਾਂ ਨੂੰ ਪੁੱਛੇਗਾ, ਕਹਿੰਦੇ ਤੂੰ ਹੀ ਜਾ ਤੇ ਬੜੇ ਸਤਿਕਾਰ ਦੇ ਨਾਲ ਉਹਨੂੰ ਲੈ ਕੇ ਆ। ਹਰ ਸਤਿਕਾਰ ਤੁਰਤ ਲੈ ਆ, ਸਾਡੇ ਨੂੰ ਸੁਨੇਹਾ ਦੇਈ ਵੀ ਗੁਰੂ ਅੰਗਦ ਸਾਹਿਬ ਜੀ ਤੈਨੂੰ ਖਡੂਰ ਸਾਹਿਬ ਯਾਦ ਕਰਦੇ ਆ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਛੇਤੀ ਸਾਡੇ ਕੋਲ ਲੈ ਕੇ ਆ। ਭਾਈ ਮਹਿਮਾ ਖਹਿਰਾ ਮਹਾਰਾਜ ਦੀ ਆਗਿਆ ਪਾ ਕੇ ਹੁਕਮ ਸਤ ਬਚਨ ਕਹਿ ਕੇ ਮੰਨਦਿਆਂ ਹੋਇਆ
ਖਡੂਰ ਸਾਹਿਬ ਤੋਂ ਚੱਲ ਕੇ ਬਿਆਸ ਦਰਿਆ ਪਾਰ ਕਰਕੇ ਸੁਲਤਾਨਪੁਰ ਪਹੁੰਚ ਗਿਆ। ਆਜਿਓ ਜਸ ਪੰਥ ਸਤਿਗੁਰ ਪਾਸਾ। ਉਹਦੇ ਘਰੇ ਗਿਆ, ਘਰੇ ਜਾ ਕੇ ਸਾਰੀ ਗੱਲ ਦੱਸੀ ਵੀ ਗੁਰਸਿੱਖਾ ਭਾਈ ਪੈੜਾ ਜੀ, ਗੁਰੂ ਅੰਗਦ ਦੇਵ ਮਹਾਰਾਜ ਨੇ ਤੈਨੂੰ ਬੁਲਾਇਆ ਏ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਜਿਹੜੀ ਉਹ ਗੁਰਮੁਖੀ 'ਚ ਲਿਖਾਉਣੀ ਹੈ ਤੇਰੇ ਪਾਸੋਂ। ਉਹਨੇ ਵੀ ਉਸੇ ਲਈ ਹਾਮੀ ਭਰ ਦੇ ਸੁਲਤਾਨਪੁਰ ਤੋਂ ਬੜੀ ਛੇਤੀ ਦੇ ਨਾਲ ਚੱਲਦਿਆਂ ਖਡੂਰ ਸਾਹਿਬ ਆ ਗਏ। ਪਰਿਓ ਚਰਨ ਗੁਰ ਆਗਿਆ ਦੀਨੀ। ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਤੇ ਆ ਕੇ ਭਾਈ ਪੈੜੇ ਮੁਖੇ ਨੇ ਮੱਥਾ ਟੇਕਿਆ। ਸਤਿਗੁਰੂ ਜੀ ਕੀ ਆਗਿਆ ਹੈ? ਸਾਹਿਬ ਜੀ ਨੇ ਹੁਕਮ ਕੀਤਾ ਵੀ ਆ ਜਨਮ ਪੱਤਰੀ ਜਿਹੜੀ ਗੁਰਮੁਖੀ 'ਚ ਲਿਖੋ। ਉਹ ਪੱਤਰ ਕਾ ਸੁਖ ਪ੍ਰਦ ਜੀਤੀ। ਇਹ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜਨਮ ਸਾਖੀ ਵਾਹਿਗੁਰੂ ਜਨਮ ਪੱਤਰੀ ਵਾਲੀ ਇਹ ਜੋ ਚਿੱਠੀ ਹੈ, ਇਹਨੂੰ ਪੜ੍ਹ ਕੇ ਤੇ ਇਹਦੇ ਅਰਥ ਦੱਸਣ ਵੀ ਇਹਦੇ ਵਿੱਚ ਕੀ ਲਿਖਿਆ ਹੈ, ਵੀ ਕਿਹੜੀ ਸੰਨ ਦੇ ਵਿੱਚ, ਕਿਹੜੇ ਮਹੀਨੇ ਦੇ ਵਿੱਚ, ਕਿਹੜੀ ਛਿਤ ਦੇ ਵਿੱਚ, ਕਿਹੜੇ ਵਾਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ। ਇਹ ਸੁਖ ਦੇਣ ਵਾਲੀ ਮਹਾਰਾਜ ਦੀ ਜਨਮ ਪੱਤਰੀ ਪੜ੍ਹ ਕੇ ਸੁਣਾ। ਪੱਤਰਕਾ ਬਾਜੀ। ਭਾਈ ਪੈੜੇ ਮੁਖੇ ਨੇ ਪੱਤਰਕਾ ਆਪਣੇ ਹੱਥਾਂ ਦੇ ਵਿੱਚ ਲਈ ਤੇ ਸਾਰੀ ਪੱਤਰਕਾ ਨੂੰ ਜਦੋਂ ਪੜ੍ਹਿਆ, ਉਹਦੇ ਅਰਥ ਕਰਕੇ ਮਹਾਰਾਜ ਨੂੰ ਏਦਾਂ ਸੁਣਾਉਣ ਲੱਗ ਪਿਆ, ਮਾਨੋ ਵੀ ਜਿਹੜੀ ਬਾਣੀ ਦੀ ਦੇਵੀ ਹੈ ਉਹਦੀ ਰਸਨਾ ਦੇ ਆ ਕੇ ਨੱਚਣ ਲੱਗ ਪਈ ਹੋਵੇ, ਵਾਸ ਕਰ ਗਏ। ਸਾਰੀ ਪੱਤਰਕਾ ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸਿੱਖ ਤੇ ਬੜੀਆਂ ਹੀ ਖੁਸ਼ੀਆਂ ਕੀਤੀਆਂ। ਭਾਈ ਪੈੜੇ ਮੁਖੇ ਦੇ ਮਹਾਰਾਜ ਬਹੁਤ ਹੀ ਪ੍ਰਸੰਨ ਹੋਏ, ਕਹਿੰਦੇ ਧੰਨ ਸਿੱਖਾ ਤੂੰ ਸਾਡੇ ਪਾਤਸ਼ਾਹ ਦੀ ਜਨਮ ਪੱਤਰੀ ਪੜ੍ਹ ਕੇ ਸੁਣਾਈ ਹੈ। ਗੁਰਮੁਖੀ ਲਿਖੀਏ ਅੱਖਰ। ਏਦਾਂ ਕਰ ਵੀ ਹੁਣ ਇਹ ਸਾਰੇ ਅੱਖਰ ਜਿਹੜੇ ਆ ਨਾ, ਇਹਨੂੰ ਨੂੰ ਗੁਰਮੁਖੀ ਦੇ ਵਿੱਚ ਲਿਖ ਦੇ, ਇਹਨਾਂ ਦਾ ਉਲੱਥਾ ਗੁਰਮੁਖੀ ਪੰਜਾਬੀ ਬੋਲੀ ਦੇ ਅੰਦਰ ਕਰ ਦੇ। ਕਾਗਰ ਲੀਨ ਮਕਾਈ। ਮਹਾਰਾਜ ਸਾਹਿਬ ਜੀ ਨੇ ਕਹਿ ਕੇ ਦੇ ਕਾਗਜ਼ ਕਲਮ ਦਵਾਰ ਸਾਰਾ ਕੁਝ ਮੰਗਾ ਲਿਆ। ਕਹਿਣ ਲੱਗੇ ਭਾਈ ਪੈੜੇ ਮੁਖੇ ਨੂੰ ਵੀ ਤੂੰ ਲਿਖਾਰੀ ਚੰਗਾ ਏ ਸੁਣਿਆ ਏ ਕਿ ਹੁਣ ਕੁਝ ਦਿਨ ਇੱਥੇ ਰਹਿ, ਮਹਾਰਾਜ ਦੀ ਜਨਮ ਪੱਤਰੀ ਵੀ ਲਿਖਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅਸੀਂ ਜਨਮ ਸਾਖੀ ਲਿਖਾਉਣ ਲੱਗੇ ਆ। ਭਾਈ ਬਾਲਾ ਲਿਖਾਵੇਗਾ ਤੇ ਇਹ ਵੀ ਜਿਵੇਂ ਜਿਵੇਂ ਕਥਾ ਸੁਣਾਉਂਦਾ ਇਹਨੂੰ ਵੀ ਤੂੰ ਲਿਖ। ਏਦਾਂ ਮਹਾਰਾਜ ਸਾਹਿਬ ਜੀ ਨੇ ਜਨਮ ਪੱਤਰੀ ਤੇ ਜਨਮ ਸਾਖੀ ਲਿਖਣ ਦੇ ਲਈ ਕਾਗਜ਼ ਪੱਤਰ ਮੰਗਾ ਲਏ। ਗਰੀ ਅੰਗਦ ਸਭ ਹੀ ਲਿਖਵਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸਾਰੀ ਜਨਮ ਪੱਤਰੀ ਤੇ ਜਨਮ ਸਾਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪ ਖਡੂਰ ਸਾਹਿਬ ਹਾਜ਼ਰ ਹੋ ਕੇ ਲਿਖਾਈ ਹੈ। ਸਰਕਾਰ ਅਸੀਮ ਦਿਆਲਾ। ਦਿਆਲੂ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਆਸਣ ਤੇ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਸੁਭਾਏਮਾਨ ਹੋ ਰਹੇ ਹਨ। ਸਰਕਾਰ ਅਸੀਮ ਦਿਆਲਾ। ਦਿਆਲੂ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਤਖਤ ਦੇ ਉੱਤੇ ਬਿਰਾਜਮਾਨ ਹੋ ਗਏ ਤੇ ਕਹਿਣ ਲੱਗੇ ਵੀ ਲਿਆਓ ਵੀ ਸੁਣਾਓ ਮਹਾਰਾਜ ਦੀ ਕਥਾ। ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਥਾ ਸੁਣਦੇ ਨੇ, ਇਹ ਪਹਿਲੀ ਵਾਰ ਕਥਾ ਨਾ ਜਿਹੜੀ ਆਪਾਂ ਮਹਾਰਾਜ ਸਾਹਿਬ ਦੀ ਮਹਿਮਾ ਕਰ ਰਹੇ ਹਾਂ, ਇਹ ਪਹਿਲੀ ਵਾਰ ਖਡੂਰ ਸਾਹਿਬ ਗੁਰਦੁਆਰਾ ਮਾਲਖਾੜਾ ਸਾਹਿਬ ਵਾਲੇ ਸਥਾਨ ਤੇ ਹੋਈ ਤੇ ਕਰਵਾਈ ਗੁਰੂ ਅੰਗਦ ਦੇਵ ਮਹਾਰਾਜ ਨੇ ਤੇ ਕਥਾਕਾਰ ਭਾਈ ਬਾਲਾ ਜੀ ਰਹੇ ਆ। ਹੁਣ ਵੀ ਭਾਈ ਬਾਲਾ ਜੀ ਹੀ ਕਥਾ ਸੁਣਾ ਰਹੇ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹ ਸਾਰਾ ਕੁਝ ਇਤਿਹਾਸ ਉਹਨਾਂ ਨੇ ਲਿਖਾਇਆ। ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਜੀ ਇਤਿਹਾਸ ਕਵਾ ਰਹੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਉਦੋਂ ਵੀ ਅਨੇਕਾਂ ਹੀ ਗੁਰਸਿੱਖ ਪਿਆਰੇ ਸਰਵਣ ਕਰਦੇ ਸੀ। ਹੁਣ ਵੀ ਆਪ ਗੁਰੂ ਅੰਗਦ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਜਸ ਸਰਵਣ ਕਰ ਰਹੇ ਹੋ। ਇੱਕ ਫੁੱਟਾ ਜੋ ਹੈ ਤਤ ਵੇਤਾ। ਸਿੱਖ ਦੇ ਬਹੁਤ ਕਥਾ ਸੁਣਦੇ ਸੀ, ਪਰ ਜਿਹੜੇ ਉਹਨਾਂ 'ਚ ਕੁਝ ਮੁਖੀ ਸਿੱਖ ਹੈ ਉਹਨਾਂ ਦਾ ਨਾਮ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਵੀ ਇੱਕ ਭਾਈ ਬੁੱਢਾ ਜੀ ਜੋ ਤਤ ਦੇ ਜਾਣਨ ਵਾਲੇ ਸਨ, ਭਾਵ ਜੋ ਬ੍ਰਹਮ ਗਿਆਨੀ ਮਹਾਂਪੁਰਖ ਸਨ, ਉਹ ਵੀ ਕਥਾ ਸੁਣ ਰਹੇ ਨੇ। ਕਾਮ ਕ੍ਰੋਧ ਲੋਭ ਹੰਕਾਰੇ ਬੜੇ ਵੱਡੇ ਕਹਿੰਦੇ ਯੋਧੇ ਹਨ, ਜਿਹਨੂੰ ਮਰਜ਼ੀ ਢਾ ਲੈਂਦੇ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਨਾ ਪੰਜਾਂ ਨੂੰ ਵੀ ਢਾ ਲਿਆ, ਭਾਵ ਵੀ ਪੰਜਾਂ ਵਿਕਾਰਾਂ ਨੂੰ ਜਿੱਤਣ ਵਾਲੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵਚਨ ਹੋ ਗਿਆ। ਕਹਿਣ ਲੱਗੇ
ਬੁੜਿਆ ਤੂੰ ਤੇ ਬੁੱਢਾ ਹੈ ਵੀ ਤੇਰੀ ਉਮਰ ਬਾਲਕਾਂ ਵਾਲੀ ਹੈ, ਪਰ ਤੇਰੇ ਵਿਚਾਰ ਤੇ ਜਿਹੜੇ ਬਜ਼ੁਰਗਾਂ ਵਾਲੇ ਹੈ। ਤੇ ਭਾਈ ਸਾਹਿਬ ਜੀ ਉਧਰ ਇਸ਼ਾਰਾ ਕਰਦੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਦੇ ਨਾਲ ਬਚਪਨ ਤੋਂ ਹੀ ਬਿਰਧ ਅਵਸਥਾ ਵਾਲਾ ਗਿਆਨ ਪਾ ਕੇ ਬੈਠੇ ਸਨ। ਆਇਓ ਪਰਮ ਬ੍ਰਿਧਨ ਤਨ ਜੈਸਾ। ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਬਿਰਧਾਂ ਵਰਗਾ ਹੀ ਸਰੀਰ ਹੋ ਗਿਆ। ਹਟ ਪਾਤਸ਼ਾਹੀ ਰਹਿਓ ਹਦੂਰਾ। ਤੇ ਜੋ ਬਾਬਾ ਬੁੱਢਾ ਸਾਹਿਬ ਜੀ 6 ਪਾਤਸ਼ਾਹੀਆਂ ਦੇ ਹਜ਼ੂਰ ਸੇਵਾ ਕਰਦੇ ਰਹੇ। ਪੁੰਨ ਸੇਵਕਰ ਬਚਨ ਪੂਰਾ। ਸੇਵਾ ਕਰਨ ਦੇ ਵਿੱਚ ਬਹੁਤ ਚਤੁਰ ਸਨ। ਹਰ ਇੱਕ ਕਾਰਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਰਨਾ ਹੁੰਦਾ ਸੀ। ਵਿਦਿਆ, ਸ਼ਸਤਰ ਵਿਦਿਆ, ਯੁੱਧ ਵਿਦਿਆ, ਬਾਣੀ ਪੜ੍ਹਨੀ, ਪੜ੍ਹਾਉਣੀ, ਸੇਵਾ ਕਰਨੀ, ਕਰਾਉਣੀ, ਸਭ ਕਾਰਜਾਂ ਦੇ ਵਿੱਚ ਨਿਪੁੰਨ ਸਨ ਬਾਬਾ ਬੁੱਢਾ ਸਾਹਿਬ ਜੀ। ਸੋ ਸਰੋਤਾ ਵੈਸਿਓ ਮਤ ਧੀਰਾ। ਆ ਕਹਿੰਦੇ ਵੀ ਐਸੇ ਜਿਹੜੇ ਬਾਬਾ ਬੁੱਢਾ ਸਾਹਿਬ ਨਿਪੁੰਨ ਸੇਵ ਮੈਂ ਬਚਨਨ ਪੂਰਾ, ਤੇ ਫਿਰ ਬਚਨਾਂ ਦੇ ਬਲੀ ਸਨ। ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਦੇ ਮੁਖੋਂ ਨਿਕਲ ਗਿਆ ਉਹ ਬਚਨ ਪੂਰਾ ਹੋ ਕੇ ਰਹਿੰਦਾ ਸੀ। ਸੋ ਸਰੋਤਾ ਵੈਸਿਓ ਮਤ ਧੀਰਾ। ਐਸੇ ਧੀਰਜ ਵਾਲੀ ਮਤ, ਬਹੁਤ ਹੀ ਧੀਰਜ ਬੁੱਧੀ ਵਾਲੇ ਬਾਬਾ ਬੁੱਢਾ ਸਾਹਿਬ ਵੀ ਕਥਾ ਸੁਣ ਰਹੇ ਆ। ਅੱਜ ਕੱਲ ਸਾਡੀ ਹਾਲਤ ਹੈ ਜਿਹਨੂੰ 4 ਅੱਖਰ ਆ ਜਾਣ ਕਹਿੰਦਾ ਮੈਨੂੰ ਪਤਾ ਹੈ ਸਾਰੀ ਕਥਾ, ਮੈਂ ਸੁਣੀ ਹੈ ਕਹਿੰਦਾ। ਪਰ ਵੇਖੋ ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀ ਐਨ ਅਣਜਾਣਾ ਦੇ ਵਾਂਗ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਕਥਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਭਾਈ ਬਾਲੇ ਕੋਲੋਂ ਸੁਣ ਰਹੇ ਹਨ। ਸੁਰਨ ਕਥਾ ਜੋ ਹਰ ਹਰ ਸਭ ਪੀਰਾ। ਉਹ ਕਥਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਜਿਹੜੀ ਜਨਮ ਮਰਨ ਦੀ ਪੀੜਾ ਨੂੰ ਕੱਟ ਦਿੰਦੀ ਹੈ। ਜਿਸ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਸੁਣਿਆ ਜੰਮਣ ਮਰਨ ਦੇ ਦੁੱਖ ਖਤਮ ਹੋ ਜਾਂਦੇ ਹਨ। ਅਮਰਦਾਸ ਤੇਜੋ ਕੇ ਨੰਦਨ। ਫਿਰ ਹੋਰ ਕਿਹੜੇ ਸਰੋਤੇ ਹੈ? ਕਹਿੰਦੇ ਗੁਰੂ ਅਮਰਦਾਸ ਮਹਾਰਾਜ ਬਾਬਾ ਤੇਜ ਭਾਣ ਜੀ ਦੇ ਸੁਪੁੱਤਰ। ਏਵੇਂ ਜਿਹੜੇ ਅੰਗਦ ਦੁਖ ਕੰਦਨ। ਜਿਸ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਰਹਿੰਦੇ ਹੋਇਆ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜਿਹੜੇ ਸਭ ਦੁੱਖਾਂ ਵਿਘਨਾਂ ਦੇ ਨਾਸਕ ਨੇ, ਨਾਸ ਕਰਨ ਹਾਰੇ ਨੇ, ਉਹਨਾਂ ਦੀ ਸੇਵਾ ਕੀਤੀ। ਗੋਂਦਵਾਲ ਸਾਹਿਬ ਤੋਂ ਅੰਮ੍ਰਿਤ ਵੇਲੇ ਗਾਗਰ ਜਲਦੀ ਭਰ ਕੇ ਲਿਆ ਕੇ ਮਹਾਰਾਜ ਦਾ ਇਸ਼ਨਾਨ ਕਰਾਉਂਦੇ ਰਹੇ, ਬਚਨ ਮੰਨਦੇ ਰਹੇ ਤੇ ਸੇਵਾ ਮਹਾਰਾਜ ਸਾਹਿਬ ਦੀ ਬਹੁਤ ਪਿਆਰ ਦੇ ਨਾਲ ਜਿਨ੍ਹਾਂ ਕੀਤੀ। ਗੁਰਤਾ ਪਾਏ ਦਿਨ ਪਛਾਤੇ। ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਕੀਤੀ, ਉਹ ਵੀ ਕਥਾ ਸੁਣ ਰਹੇ ਹਨ। ਗੁਰਤ ਪਾਏ ਸੋ ਕਥਾ ਸੁਹਾਤੀ। ਜਿਹੜੀ ਬਹੁਤ ਹੀ ਸ਼ੋਭ ਨੇਕ ਪਵਿੱਤਰ ਕਥਾ ਹੈ ਨਾ, ਇਤਿਹਾਸ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਇਹ ਤੀਸਰੇ ਪਾਤਸ਼ਾਹ ਵੀ ਸੁਣ ਰਹੇ ਹਨ। ਮਨ ਗੁਰਮੁਖ ਇੱਕ ਜੀਵਾ ਭਾਈ। ਫਿਰ ਇੱਕ ਭਾਈ ਜੀਵਾ ਜੀ ਜਿਹੜੇ ਬਹੁਤ ਹੀ ਗੁਰਮੁਖ ਪਿਆਰੇ ਮਹਾਰਾਜ ਸਾਹਿਬ ਦੀ ਸੇਵਾ ਕਰਦੇ ਸਨ। ਮਾਨਵਤ ਕ੍ਰਮ ਦਿਨ ਸੇਵ ਕਮਾਈ। ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਜਿਸ ਜੀਵੇ ਭਾਈ ਨੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ। ਅੰਗਦ ਹਿਤ ਭੋਜਨ ਤਿਆਰੀ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਬਹੁਤਾ ਹੀ ਸਾਦਾ ਭੋਜਨ ਛਕਦੇ ਹੁੰਦੇ ਸੀ ਤੇ ਲੰਗਰ ਦੇ ਵਿੱਚ ਭੋਜਨ ਵਧੀਆ ਬਣਦੇ ਹੁੰਦੇ ਸੀ। ਤੇ ਮਹਾਰਾਜ ਦੇ ਲਈ ਬਹੁਤ ਹੀ ਪਿਆਰ ਦੇ ਨਾਲ ਭਾਈ ਜੀਵਾ ਜੀ ਭੋਜਨ ਤਿਆਰ ਕਰਕੇ ਲੈ ਕੇ ਆਉਂਦੇ। ਬੜਾ ਸਵਾਰ ਬਣਾ ਕੇ ਬੜੇ ਪਿਆਰ ਦੇ ਨਾਲ ਭੋਜਨ ਮਹਾਰਾਜ ਸਾਹਿਬ ਜੀ ਦੇ ਲਈ ਲੰਗਰ ਸਜਾਉਂਦੇ, ਤਿਆਰ ਕਰਦੇ। ਤੇ ਫਿਰ ਹੋਰ ਗੁਰੂ ਕਾ ਸਿੱਖ ਭਾਈ ਪਾਰੋ ਜੀ, ਪਾਰੋ ਜੁਲਕਾ ਉਹਨਾਂ ਦੀ ਗੋਤ ਹੈ, ਡੱਲੇ ਦੇ ਰਹਿਣ ਵਾਲੇ, ਜਿਨ੍ਹਾਂ ਦੇ ਕਰਾਂ ਗੁਰੂ ਅਮਰਦਾਸ ਇੰਨੇ ਪ੍ਰਸੰਨ ਹੋਏ ਵੀ ਆਪਣੇ ਥਾਂ ਦੇ ਗੁਰਿਆਈ ਦੇ ਤਖਤ ਤੇ ਬਿਠਾਉਣ ਲੱਗੇ ਸੀ। ਪਰ ਭਾਈ ਪਾਰੋ ਜੀ ਕਹਿੰਦੇ ਮਹਾਰਾਜ ਮੈਂ ਤੁਹਾਡਾ ਸਿੱਖ ਹੀ ਬਣ ਕੇ ਰਹਿਣਾ। ਜਿਨ੍ਹਾਂ ਨੂੰ ਪਰਮਹੰਸ ਦੀ ਵੀ ਪਦਵੀ ਮਿਲੀ ਸੀ, ਉਹ ਵੀ ਇੱਕ ਗੁਰੂ ਕਾ ਸਿੱਖ ਕਥਾ ਸੁਣ ਰਿਹਾ ਏ। ਪਰਮਹੰਸ ਕੋ ਜਾਸ ਦੇਖੋ। ਜਿਵੇਂ ਕਹਿੰਦੇ ਵੀ ਪਰਮਹੰਸ, ਪਰਮਹੰਸ ਵਾਲਾ ਜਿਨ੍ਹਾਂ ਦੇ ਅੰਦਰ ਵਿਚਾਰ ਸੀ, ਗਿਆਨ ਸੀ।
ਸਾਰਨ ਸਾਰ ਗ੍ਰਹਿਤੀ। ਇੱਕ ਹੁੰਦਾ ਹੈ ਸਾਰ ਤੇ ਇੱਕ ਹੁੰਦਾ ਹੈ ਅਸਾਰ, ਵੀ ਜਿਹੜੀ ਸ੍ਰੇਸ਼ਟ ਚੀਜ਼ ਹੈ ਉਹਨੂੰ ਗ੍ਰਹਿਣ ਕਰਨਾ, ਤੇ ਜਿਹੜਾ ਭੋਗ ਹੈ ਜਿਹੜੀ ਬਿਲਕੁਲ ਕਿਸੇ ਕੰਮ ਦੀ ਨਹੀਂ ਉਹਦਾ ਤਿਆਗ ਕਰਨਾ, ਵੀ ਜਿਵੇਂ ਵਿਸ਼ਿਆਂ ਦਾ ਤਿਆਗ ਕਰਨਾ ਤੇ ਬ੍ਰਹਮ ਨੂੰ ਗ੍ਰਹਿਣ ਕਰਨਾ। ਇਹੋ ਹੀ ਮਰਿਆਦਾ ਸੀ ਭਾਈ ਪਾਰੋ ਜੁਲਕਾ ਦੇ। ਪੈ ਆਪ ਕੀ ਜਿਉ ਹੰਸਲ ਰੀਤੀ। ਜਿਵੇਂ ਹੰਸ ਕੀ ਕਰਦਾ ਹੈ ਵੀ ਦੁੱਧ ਦੇ ਵਿੱਚੋਂ ਪਾਣੀ ਵੱਖਰਾ ਕਰਕੇ ਤੇ ਉਹ ਦੁੱਧ ਦੇ ਬੁੱਟ ਛਕਦਾ ਹੈ ਪਰ ਪਾਣੀ ਨਹੀਂ ਨਾ ਪੀਂਦਾ। ਇਸੇ ਤਰ੍ਹਾਂ ਭਾਈ ਪਾਰੋ ਜੁਲਕਾ ਜਿਹਨੂੰ ਪਰਮਹੰਸ ਦੀ ਪਦਵੀ ਮਿਲੇ, ਕਹਿੰਦੇ ਵੀ ਬ੍ਰਹਮ ਗਿਆਨੀ ਮਹਾਂਪੁਰਖ ਸੀਏ ਵੇ। ਸੈਨ ਸਰਸ ਇੱਕ ਤਿੰਨਾ ਨਾਈ। ਇੱਕ ਭਗਤ ਸੈਣ ਜੀ ਦੇ ਵਾਂਗ ਹੀ ਨਾਈਆਂ ਦੀ ਕੁਲ ਦੇ ਵਿੱਚੋਂ ਭਾਈ ਧਿੰਗਾ ਜੀ, ਇਹ ਬੜੇ ਮਹਾਨ ਗੁਰੂ ਕੇ ਪਿਆਰੇ ਸਿੱਖ, ਇਹ ਵੀ ਖਡੂਰ ਸਾਹਿਬ ਕਥਾ ਸੁਣ ਰਹੇ ਨੇ। ਦਿਲ ਸਿੱਖੀ ਕੀ ਰੀਤ ਕਮਾਈ। ਜਿਸ ਭਾਈ ਧਿੰਗਾ ਨਾਈ ਜੀ ਨੇ ਗੁਰਸਿੱਖੀ ਦੀ ਜਿਹੜੀ ਮਰਿਆਦਾ ਜੋ ਗੁਰੂ ਘਰ ਦੀ ਉਹ ਬਹੁਤ ਪਿਆਰ ਦੇ ਨਾਲ ਨਿਭਾਈ ਤੇ ਕਮਾਈ ਕੀਤੀ। ਮਰੀਦ ਮੁਰਦੇ ਕੀ ਨਿਆਈ। ਐਸਾ ਸਿੱਖ ਬਣਿਆ ਵੀ ਜਿਵੇਂ ਕਹਿੰਦੇ ਮੁਰਦਾ ਹੀ ਹੁੰਦਾ ਹੈ, ਮੁਰਦੇ ਦੀ ਆਪਣੀ ਖਾਸ ਨਹੀਂ ਨਾ ਹੁੰਦੀ, ਅੰਗ ਪ੍ਰਤੰਗ ਨਹੀਂ ਹਿਲਦੇ। ਏਦਾਂ ਮਹਾਰਾਜ ਸਾਹਿਬ ਜੀ ਦੇ ਅੱਗੇ ਆਪਣੀ ਮਰਜ਼ੀ ਨਹੀਂ ਵਰਤੀ ਭਾਈ ਧਿੰਗੇ ਨੇ, ਜੋ ਗੁਰੂ ਦਾ ਬਚਨ ਹੋ ਗਿਆ ਉਹੀ ਮੰਨਿਆ। ਗੁਰੂ ਗੋਰ ਮੈਂ ਕੀਨ ਸਮਾਈ। ਆ ਜਿਵੇਂ ਗੋਰ ਕਬਰ ਪੁੱਟੀ ਹੋਵੇ ਤੇ ਉਹਦੇ ਵਿੱਚ ਮੁਰਦਾ ਸਮਾ ਜਾਂਦਾ ਹੈ ਨਾ, ਏਦਾਂ ਗੁਰੂ ਰੂਪੀ ਗੋਰ ਦੇ ਵਿੱਚ ਭਾਈ ਧਿੰਗਾ ਜੀ ਜਿਹੜੇ ਸੀ ਮੁਰਦੇ ਦੀ ਨਹੀਂ ਆਈ ਸਮਾ ਗਏ, ਭਾਵ ਸਤਿਗੁਰਾਂ ਦੇ ਸਰੂਪ ਦੇ ਵਿੱਚ ਅਭੇਦ ਹੋ ਗਏ। ਇਤਿਆਦਿਕ ਜੋ ਸੇਵਕ ਪ੍ਰੇਮੀ। ਇਹ ਤੋਂ ਲੈ ਕੇ ਹੋਰ ਵੀ ਜਿਹੜੇ ਮਹਾਰਾਜ ਗੁਰੂ ਸਾਹਿਬ ਅੰਗਦ ਦੇਵ ਜੀ ਦੇ ਅਸਥਾਨ ਤੇ ਸਿੱਖ ਸੇਵਾ ਕਰਦੇ ਸੀ, ਜੋ ਪਿਆਰ ਵਾਲੇ ਗੁਰਸਿੱਖ ਸਨ, ਹੋਏ ਕਥਾ ਸੁਣਦੇ ਕੇ ਨੇਮੀ। ਉਹ ਸਾਰੇ ਕਥਾ ਸੁਣਦੇ ਨਿਤਨੇਮੀ ਹੋ ਗਏ। ਇਹ ਨਹੀਂ ਵੀ ਇੱਕ ਦੋ ਦਿਨ ਸੁਣੀ, ਕਹਿੰਦੇ ਨਹੀਂ ਰੋਜ਼ ਹੀ ਆਉਣ ਲੱਗ ਪਏ। ਖਡੂਰ ਸਾਹਿਬ ਦੇ ਵਿੱਚੋਂ ਵੀ ਸਿੱਖ ਆਉਂਦੇ ਆ, ਹੋਰ ਨੇੜੇ ਦੇ ਨਗਰਾਂ ਤੋਂ ਵੀ ਸਿੱਖ ਆਉਣ ਲੱਗ ਪਏ। ਵੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲਾ ਇੱਕ ਸਿੱਖ ਆਇਆ ਹੈ ਭਾਈ ਬਾਲਾ, ਤੇ ਉਹ ਰੋਜ਼ ਹੀ ਕਥਾ ਸੁਣਾਉਂਦਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੀ, ਤੇ ਗੁਰੂ ਅੰਗਦ ਦੇਵ ਮਹਾਰਾਜ ਆਪ ਵੀ ਸੁਣਦੇ ਆ ਤੇ ਨਾਲੇ ਉਹ ਕਥਾ ਲਿਖਾ ਰਹੇ ਹਨ। ਇਹ ਜਦੋਂ ਜਿਹਨੂੰ ਪਤਾ ਲੱਗਾ ਉਹ ਸਾਰੇ ਖਡੂਰ ਸਾਹਿਬ ਨਿਤਨੇਮ ਦੇ ਨਾਲ ਆਉਣ ਲੱਗ ਪਏ। ਆਪਰ ਮਨੋਜ ਆਵਨ ਕਰਹਿ। ਇਹਦਾ ਹੋਰ ਵੀ ਕਈ ਮਨੁੱਖ ਪਿਆਰ ਕਰਕੇ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਸੁਣਾਂਗੇ ਭਾਈ, ਵੀ ਗੁਰੂ ਸਾਹਿਬ ਜੀ ਨੇ ਕਿਵੇਂ ਕਿਵੇਂ ਕੌਤਕ ਕੀਤੇ, ਇਹ ਸੁਣਨ ਵਾਸਤੇ ਆਉਂਦੇ ਹਨ। ਕਥਾ ਬੇਦੀ ਕੁਲ ਕੇ ਜੋ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਾਹਿਬ ਨੇ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਪਾਵਨ ਇਤਿਹਾਸ ਨੂੰ ਪਾਵਨ ਜਸ ਨੂੰ ਗੁਰਸਿੱਖ ਸੁਣਦੇ ਹਨ। ਦੋਹਰਾ ਬਾਬਾ ਕਰਤੇ ਉਚਾਰ ਮੁਖ। ਭਾਈ ਬਾਲਾ ਜੀ ਆਪਣੇ ਸੋਹਣੇ ਮੁਖ ਤੋਂ ਇਹ ਸਾਰੀ ਕਥਾ ਸੁਣਾ ਰਹੇ ਹਨ। ਭੈੜੇ ਲਿਖੀ ਸੁਧਾਰ। ਤੇ ਭਾਈ ਪੈੜਾ ਮੋਖਾ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਾ ਇਹ ਸੁਧਾਰ ਕੇ ਲਿਖ ਰਿਹਾ। ਭਾਈ ਬਾਲਾ ਜੀ ਬੋਲ ਕੇ ਸੁਣਾ ਰਹੇ ਸਨ ਤੇ ਭਾਈ ਪੈੜਾ ਮੋਖਾ ਇਹਨੂੰ ਲਿਖਤੀ ਰੂਪ ਦੇ ਰਿਹਾ ਹੈ। ਲਿਖਵਾਈ ਅੰਗਦ ਗੁਰੂ। ਤੇ ਸਾਰੀ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਇਤਿਹਾਸ ਦੀ ਕਥਾ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖਵਾਈ ਹੈ। ਕਾਹਦੇ ਲਈ ਲਿਖਾਈ ਦੱਸਦੇ ਨੇ? ਜਗ ਕੇ ਕਾਜ ਉਧਾਰ। ਜਗਤ ਦੇ ਉਧਾਰ ਵਾਸਤੇ, ਵੀ ਦੁਨੀਆ ਦੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਸੁਣ ਕੇ ਮੁਕਤ ਹੋ ਜਾਣ। ਉਹ ਸੁਣ ਵਰਣਨ ਕਰ ਤਕਾਵ ਸ਼ਾਂਤ ਚਾਉ ਪਈ ਬੰਦ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹੀ ਕਥਾ ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਾਈ, ਭਾਈ ਪੈੜੇ ਨੇ ਲਿਖੀ ਤੇ ਭਾਈ ਬਾਲੇ ਨੇ ਦੱਸੀ। ਮੈਂ ਕਵੀ ਸੰਤੋਖ ਸਿੰਘ ਉਸੇ ਕਥਾ ਨੂੰ ਕਵਿਤਾ ਦੇ ਵਿੱਚ ਸ਼ਬਦਾਬੰਦੀ ਦੇ ਵਿੱਚ ਕਹਿੰਦੇ ਲਿਖ ਰਿਹਾ ਹਾਂ। ਨਾਨਕ ਪਰਮਾਤਮਾ ਬੰਦਰ ਕਰ ਸੁਖ ਪਾਉ। ਸਤਿਗੁਰੂ ਨਾਨਕ ਦੇਵ ਮਹਾਰਾਜ ਆਪ ਰੱਬ ਨੇ ਤੇ ਰੱਬ ਗੁਰੂ ਨਾਨਕ ਦੇਵ ਮਹਾਰਾਜ ਜੋ ਸੁੱਖਾਂ ਦੇ ਦੇਣ ਹਾਰੇ ਆ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਨਾਂ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਜਿਹੜੀ ਕਥਾ ਹੈ ਇਹ ਸ਼ਬਦਾਬੰਦੀ ਦੇ ਵਿੱਚ ਲਿਖ ਰਿਹਾ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ। ਆਗਮਨ ਤੋਂ ਪਹਿਲਾਂ ਦਾ ਮਾਹੌਲ ਚਾਲ ਕੀ ਸੀ, ਲੋਕਾਂ ਦੇ ਸੁਭਾਅ, ਰਾਜੇ ਕੀ ਕਰਦੇ ਸਨ, ਜਿਹੜੇ ਨਿਆਂਕਾਰੀ ਲੋਕ ਸੀ ਉਹ ਕੀ ਕੰਮ ਕਰ ਰਹੇ, ਇਹ ਸਾਰਾ ਵੇਰਵਾ ਦੇ ਕੇ
ਜਿਵੇਂ ਧਰਤੀ ਨੇ ਪੁਕਾਰ ਕੀਤੀ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ, ਇਹ ਕਥਾ ਆਪਾਂ ਅਗਲੇ ਅਧਿਆਏ ਦੇ ਵਿੱਚ ਤੀਸਰੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਕਥਾ ਕਹਿੰਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਸਾਹਿਬ ਤੇ ਮਹਾਰਾਜ ਜੀ ਦੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਆਓ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਸਰੀਰ ਦੀ ਉਮਰਾਂ ਦੇ ਵਿੱਚ ਇਹੀ ਉਪਦੇਸ਼ ਦਿੱਤਾ, ਇਹੀ ਦ੍ਰਿੜ ਕਰਾਇਆ। ਜਿੱਥੇ ਵੀ ਗਏ ਉੱਥੇ ਹੀ ਕਹਿੰਦੇ ਸੀ, ਗੁਰਸਿੱਖੋ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਖੇ ਦੀਨ ਦਰਦ ਨਿਵਾਰ ਏ ਸਮਰਾਟ ਅਗਮ ਪੂਰਨ ਮੋਹਿ ਮਇਆ ਅੰਧ ਕੋਪ ਮਹਾ ਪਿਆਨ ਨਾਨਕ ਪਾਰੇ ਉਤਾਰੇ ਪ੍ਰਭ ਸ਼ਰਣਾਗਤੇ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜਲਕਾਰਾ ਬੁਲਾਵੇ ਨਿਹਾਲ ਹੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਗੁਰਪੁਰੀਆ ਗਾਲ ਦੇਖ ਤੇਗ ਫਤਿਹ ਗੁਰੂ ਖਾਲਸਾ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ